ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PS ਟੈਟ, CTET, ਮਾਸਟਰ ਕੇਡਰ, NTT ਅਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ETT ਕਿਡ ਦੇ ਨਾਲ ਸੰਬੰਧਿਤ ਮੁੱਢਲੀਆਂ ਧਾਰਨਾਵਾਂ ਜੋ ਕਿ ਇਕਨੋਮਿਕ ਦਾ ਜਿਹੜਾ ਪਾਰਟ ਹੈ। ਸੋ ਥਿਊਰੀ ਵਾਲਾ ਪਾਰਟ ਰਹੇਗਾ, ਇਸ ਤੋਂ ਬਾਅਦ ਜਿਹੜੇ ਇਸ 'ਤੇ MCQ ਰਹਿਣਗੇ। ਸੋ ਨੈਕਸਟ ਜਿਹੜੀਆਂ ਕਲਾਸਿਸ ਹੋਣਗੀਆਂ ਉਹਦੇ ਵਿੱਚ ਸਿਰਫ ਤੁਹਾਨੂੰ MCQ ਹੀ ਮਿਲਣਗੇ ਅਤੇ ਥਿਊਰੀ ਜਿਹੜੀ ਹੈ ਉਹ ਤੁਹਾਨੂੰ PDF ਦੇ ਵਿੱਚ ਮਿਲ ਜਾਏਗੀ। ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੈਗੇ ਤਾਂ ਤੁਹਾਨੂੰ ਉਹ ਗਰੁੱਪ ਦੇ ਵਿੱਚੋਂ ਮਿਲ ਜਾਊਗੀ, ਜੋ ਨੈਕਸਟ ਨੰਬਰ ਦਿੱਤਾ ਹੈ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਸੋ ਇਹ ਤੁਹਾਨੂੰ ETT ਕਿਡਰ ਦੇ ਲਈ ਸਪੈਸ਼ਲੀ ਜਿਹੜੀ ਹੈ ਉਵੇਂ ਹੈਲਪਫੁਲ ਰਹੇਗੀ। ਇਸ ਤੋਂ ਇਲਾਵਾ PS ਟੈਟ ਅਤੇ ਪੰਜਾਬ ਪੁਲਿਸ, ਮਾਸਟਰ ਕੇਡਰ ਸਾਰੇ ਹੀ ਐਗਜ਼ਾਮਾਂ ਦੇ ਲਈ ਤਕਰੀਬਨ ਤੁਹਾਨੂੰ ਇਹ ਹੈਲਪਫੁਲ ਰਹੇਗੀ। ਪਾਰਟ ਨੰਬਰ ਫਸਟ ਰਹੇਗਾ, ਥਿਊਰੀ ਵਾਲਾ ਪਾਰਟ ਰਹੇਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਹੈ, ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਬੇਸਿਕ ਕਨਸੈਪਟ ਨੇਗੇ, ਇਹ ਦੋ ਪਾਰਟ ਪੜ੍ਹਨਗੇ ਇਸ 'ਤੇ ਥਿਊਰੀ ਦੇ ਵਿੱਚ ਵੀ। ਸੋ 10 ਜਿਹੜੇ ਪੁਆਇੰਟਸ ਨੇ ਆਪਾਂ ਇਸ ਦੇ ਵਿੱਚ ਡਿਸਕਸ ਕਰਾਂਗੇ, 10 ਜਿਹੜੇ ਆ ਉਹ ਨੈਕਸਟ ਦੇ ਵਿੱਚ ਚਲੇ ਜਾਣਗੇ। ਤਾਂ ਸ਼ੁਰੂਆਤ ਕਰਦੇ ਹਾਂ। ਫਸਟ ਪੁਆਇੰਟ, ਰਾਸ਼ਟਰੀ ਆਮਦਨ ਜਿਹੜੀ ਨੈਸ਼ਨਲ ਇਨਕਮ ਹੈ, ਸੋ ਉਸ ਨੂੰ ਕੀ ਕਿਹਾ ਜਾਂਦਾ ਹੈ, ਕਿਹੜੇ ਰੂਪ ਦੇ ਵਿੱਚ ਅਸੀਂ ਉਸ ਨੂੰ ਜਿਹੜਾ ਐਕਸੈਪਟ ਕਰਦੇ ਹੈਗੇ ਆਂਗੇ। ਸੋ ਨੈਸ਼ਨਲ ਇਨਕਮ, ਰਾਸ਼ਟਰੀ ਆਮਦਨ ਜਿਹੜੀ ਹੈ ਉਹ ਇੱਕ ਦੇਸ਼ ਦੇ ਆਮ ਨਿਵਾਸੀਆਂ ਦੀ ਇੱਕ ਵਰ੍ਹੇ ਦੇ ਦੌਰਾਨ ਪ੍ਰਾਪਤ ਕੀਤੀ ਆਮਦਨ ਹੁੰਦੀ ਹੈ। ਜੋ ਵੀ ਕਹਿ ਸਕਦੇ ਹੈਗਾ ਦੇਸ਼ ਆ, ਠੀਕ ਆ, ਹਰ ਦੇਸ਼ ਦੇ ਵਿੱਚ ਜਿੰਨੇ ਵੀ ਕਹਿ ਸਕਦੇ ਆ ਇੱਕ ਸਾਲ ਦੇ ਵਿੱਚ, ਯਾਨੀ ਕਿ ਇੱਕ ਵਰ੍ਹੇ ਦੇ ਦੌਰਾਨ ਜਿੰਨੀ ਵੀ ਜਿਹੜੀ ਆਮਦਨ ਹੈ ਉਹ ਇਕੱਠੀ ਹੁੰਦੀ ਹੈ, ਜਿਹੜੀ ਪ੍ਰਾਪਤ ਕੀਤੀ ਜਾਂਦੀ ਹੈ, ਉਸ ਨੂੰ ਅਸੀਂ ਨੈਸ਼ਨਲ ਇਨਕਮ ਜਿਹੜਾ ਕਹਿੰਦੇ ਹੈਗੇ ਆਂਗੇ, ਰਾਸ਼ਟਰੀ ਆਮਦਨ ਕਹਿੰਦੇ ਹੈਗੇ ਆਂਗੇ। ਇਸ ਤੋਂ ਇਲਾਵਾ ਇੱਕ ਹੋਰ ਅਸੀਂ ਇਸ ਨੂੰ ਡਿਫਾਈਨ ਕਰ ਸਕਦੇ ਹਾਂ ਕਿ ਜਦੋਂ ਅਸੀਂ ਕਿਸੇ ਦੇਸ਼ ਦੀ ਕਿਸੇ ਦੇਸ਼ ਦੀਆਂ ਆਰਥਿਕ ਕਿਰਿਆਵਾਂ ਦੇ ਪ੍ਰਤੀਫਲ ਨੂੰ ਇੱਕ ਵਰ੍ਹੇ ਦੌਰਾਨ ਉਤਪਾਦਿਤ ਅੰਤਮ ਵਸਤਾਂ ਅਤੇ ਸੇਵਾਵਾਂ ਦੇ ਜੋੜ ਨੂੰ ਬਾਜ਼ਾਰ ਦੀਆਂ ਕੀਮਤਾਂ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਅਸੀਂ ਰਾਸ਼ਟਰੀ ਉਤਪਾਦ ਕਹਿੰਦੇ ਹਾਂ। ਯਾਨੀ ਕਿ ਜਦੋਂ ਅਸੀਂ ਉਤਪਾਦਿਤ ਕਰਾਂਗੇ ਤਾਂ ਅਸੀਂ ਉਸ ਨੂੰ ਰਾਸ਼ਟਰੀ ਉਤਪਾਦ ਕਹਾਂਗੇ। ਤੀਸਰੀ ਟਰਮ ਹੈ ਇਸ ਦੇ ਵਿੱਚ, ਜਦੋਂ ਇਸ ਨੂੰ ਇੱਕ ਵਰ੍ਹੇ ਦੇ ਦੌਰਾਨ ਅਰਜਿਤ ਦਾ ਮਤਲਬ ਪ੍ਰਾਪਤ ਕੀਤੇ ਸਾਧਨਾਂ ਦੀ ਆਮਦਨ ਭਾਵ ਮਜ਼ਦੂਰੀ, ਲਗਾਨ, ਵਿਆਜ, ਲਾਭ ਦੇ ਜੋੜ ਵਿੱਚ ਪ੍ਰਾਪਤ ਕਰਦੇ ਹਾਂ ਤਾਂ ਇਸ ਨੂੰ ਅੱਗੇ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਸੋ ਇੱਕ ਵਾਰ ਦਾ ਹੀ ਟਾਈਮ ਰਹੂਗਾ, ਧਿਆਨ ਰਹੇ ਕਿ ਇੱਕ ਸਾਲ ਦਾ ਹੀ ਜਿਹੜਾ ਸਮਾਂ ਰਹੂ ਜਿਸ ਦੇ ਵਿੱਚ ਸਾਧਨਾਂ ਦੀ ਆਮਦਨ ਭਾਵ ਮਜ਼ਦੂਰੀ, ਲਗਾਨ ਹੋ ਗਿਆ, ਵਿਆਜ ਹੋ ਗਿਆ, ਲਾਭ ਹੋ ਗਿਆ, ਇਹਨਾਂ ਸਾਰਿਆਂ ਦੇ ਜੋੜ, ਇਹਨਾਂ ਸਾਰਿਆਂ ਤੋਂ ਇਕੱਠਿਆਂ ਤੋਂ ਜਿਹੜਾ ਕਹਿ ਸਕਦੇ ਹਾਂ ਇੱਕ ਸਾਲ ਦੇ ਵਿੱਚ ਜੋ ਇਕੱਠਾ ਕੀਤਾ ਜਾਂਦਾ ਹੈ, ਸੋ ਉਸੇ ਨੂੰ ਹੀ ਰਾਸ਼ਟਰੀ ਆਮਦਨ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਓਕੇ, ਸੋ ਨੈਕਸਟ ਹੈ ਪਰਿਭਾਸ਼ਾ। ਸੋ ਪਰਿਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਡਰਨਬਰਗ ਨੇ ਜਿਹੜੀ ਹੈ ਇਸ ਦੀ ਡੈਫੀਨੇਸ਼ਨ ਦਿੱਤੀ ਹੈ। ਸੋ ਉਹਨਾਂ ਦੇ ਅਨੁਸਾਰ ਰਾਸ਼ਟਰੀ ਆਮਦਨ ਇੱਕ ਦੇਸ਼ ਦੇ ਆਮ ਨਿਵਾਸੀਆਂ ਦੀ ਇੱਕ ਵਰ੍ਹੇ ਦੇ ਦੌਰਾਨ ਮਜ਼ਦੂਰੀ, ਵਿਆਜ, ਲਗਾਨ, ਲਾਭ ਦੇ ਰੂਪ ਦੇ ਵਿੱਚ ਸ਼ੁੱਧ ਅਰਜਿਤ ਸਾਧਨ ਆਮਦਨ ਹੈ। ਇੱਕ ਘਰੇਲੂ ਸਾਧਨ ਆਮਦਨ ਅਤੇ ਵਿਦੇਸ਼ਾਂ ਤੋਂ ਅਰਜਿਤ ਸ਼ੁੱਧ ਆਮਦਨ ਦਾ ਜਿਹੜਾ ਹੈ ਨਾ ਜੋੜ ਹੁੰਦਾ ਹੈ। ਸੋ ਇਹਦੇ ਵਿੱਚ ਘਰੇਲੂ ਸਾਧਨ ਵੀ ਆ ਜਾਂਦੇ ਹੈਗੇ ਨੇਗੇ, ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਜਿਹੜਾ ਕਹਿ ਸਕਦੇ ਆ ਪ੍ਰਾਪਤ ਕੀਤਾ ਹੈ, ਦੋਨਾਂ ਦਾ ਜੋੜ ਹੁੰਦਾ ਹੈ। ਦੋਨਾਂ ਨੂੰ ਪਲੱਸ ਕਰਕੇ ਜਿਹੜੀ ਹੈ ਕੁੱਲ ਆਮਦਨ ਜਿਹੜੀ ਹੈ, ਰਾਸ਼ਟਰੀ ਆਮਦਨ ਜਿਹੜੀ ਹੈ ਉਹ ਬਣਾਈ ਜਾਂਦੀ ਹੈਗੀ ਹੈ। ਨੈਕਸਟ ਹੈ ਉਦਾਹਰਨ। ਸੋ ਉਦਾਹਰਨ ਦੀ ਗੱਲ ਕਰਕੇ ਜਿਹਦੇ ਥਰੂ ਅਸੀਂ ਸਮਝ ਗਏ ਕਿ ਐਗਜ਼ਾਮਪਲ ਦੇ ਵਿੱਚ ਕੀ ਹੁੰਦਾ ਹੈ ਕਿ ਰਾਸ਼ਟਰੀ ਆਮਦਨ ਦਾ ਅਨੁਮਾਨ ਲਗਾਉਂਦੇ ਸਮੇਂ ਵਸਤਾਂ ਅਤੇ ਸੇਵਾਵਾਂ ਨੂੰ ਉਹਨਾਂ ਦੀਆਂ ਕੀਮਤਾਂ ਦੇ ਨਾਲ ਜਦੋਂ ਗੁਣਾ ਕੀਤਾ ਜਾਂਦਾ ਹੈ ਤਾਂ ਉਹ ਤੋਂ ਇਸ ਦੇ ਵਿੱਚ ਸ਼ਾਮਲ ਆ ਜਾਂਦਾ ਹੈ ਰਾਸ਼ਟਰੀ ਆਮਦਨ ਅਤੇ ਮੌਦਰਿਕ ਆਮਦਨ। ਜੇਕਰ ਰਾਸ਼ਟਰੀ ਉਤਪਾਦ ਦੀ ਮਾਤਰਾ ਨੂੰ ਚਾਲੂ ਕੀਮਤਾਂ ਦੇ ਨਾਲ ਗੁਣਾ ਕੀਤਾ ਜਾਂਦਾ ਹੈ ਤਾਂ ਉਸ ਨੂੰ ਅਸੀਂ ਚਾਲੂ ਕੀਮਤਾਂ ਅਤੇ ਰਾਸ਼ਟਰੀ ਆਮਦਨ ਜਾਂ ਮੌਦਰਿਕ ਆਮਦਨ ਜਿਹੜਾ ਕਹਿੰਦੇ ਹੈਗੇ ਆਂਗੇ, ਠੀਕ ਹੈ। ਸੋ ਜੇਕਰ ਰਾਸ਼ਟਰੀ ਉਤਪਾਦ ਦੀਆਂ ਮਾਤਰਾ ਨੂੰ ਚਾਲੂ ਕੀਮਤਾਂ ਦੇ ਨਾਲ ਗੁਣਾ ਕੀਤਾ ਜਾਂਦਾ ਹੈ ਤਾਂ ਉਸ ਨੂੰ ਚਾਲੂ ਕੀਮਤਾਂ ਅਤੇ ਰਾਸ਼ਟਰੀ ਆਮਦਨ ਜਾਂ ਮੌਦਰਿਕ ਆਮਦਨ ਦੇ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਹੈ।
तीसरा इस दे विच टर्म आ जाती है स्थिर कीमतां अते राष्ट्रीय आमदन ਜਾਂ असल राष्ट्रीय आमदन ਜਿਹੜੀ है वो किस ਨੂੰ ਕਿਹਾ ਜਾਂਦਾ है नैशनल इनकम, कॉन्सटेंट प्राइस एंड रियल नैशनल इनकम। सो जेकर राष्ट्रीय उत्पाद की मात्रा ਨੂੰ ਕਿਸੇ ਹੋਰ ਵਰੇ ਧਿਆਨ ਰੱਖਣਾ ਕਿ ਜੇਕਰ ਰਾਸ਼ਟਰੀ ਉਤਪਾਦ ਦੀ ਮਾਤਰਾ ਨੂੰ ਕਿਸੇ ਹੋਰ ਵਰੇ ਜਿਵੇਂ ਕਿ ਆਧਾਰ ਸਾਲ ਜਿਹੜਾ ਹੁੰਦਾ ਹੈ ਦੀਆਂ ਕੀਮਤਾਂ ਦੇ ਨਾਲ ਗੁਣਾ ਕੀਤਾ ਜਾਵੇ ਤਾਂ ਜੋ ਫਲ ਪ੍ਰਾਪਤ ਹੋਵੇਗਾ ਉਸ ਨੂੰ ਅਸੀਂ ਸਥਿਰ ਕੀਮਤਾਂ ਜਾਂ ਰਾਸ਼ਟਰੀ ਆਮਦਨ ਜਾਂ ਫਿਰ ਅਸਲ ਰਾਸ਼ਟਰੀ ਆਮਦਨ ਜਿਹੜਾ ਉਹ ਕਹਿ ਸਕਦੇ ਹੈਗੇ ਆ। ਠੀਕ ਹੈ, ਧਿਆਨ ਰੱਖਣਾ ਰਾਸ਼ਟਰੀ ਉਤਪਾਦ ਦੀ ਮਾਤਰਾ ਨੂੰ ਕਿਸੇ ਹੋਰ ਵਰੇ ਦੀਆਂ ਕੀਮਤਾਂ ਦੇ ਨਾਲ ਜਦੋਂ ਗੁਣਾ ਕੀਤਾ ਜਾਊਗਾ ਜੋ ਆਨਸਰ ਸਾਡੇ ਕੋਲ ਆਊਗਾ ਉਸ ਨੂੰ ਅਸੀਂ ਰਾਸ਼ਟਰੀ ਆਮਦਨ ਕਹਾਂਗੇ। ਨੈਕਸਟ ਹੈ ਰਾਸ਼ਟਰੀ ਆਮਦਨ ਗਰੋਸ ਨੈਸ਼ਨਲ ਇਨਕਮ ਜਿਹਨੂੰ ਕਹਿੰਦੇ ਆ। ਇੱਕ ਦੇਸ਼ ਦੇ ਰਾਸ਼ਟਰੀ ਆਮਦਨ ਦੇ ਵਿੱਚ ਜਦੋਂ ਘਸਾਵਟ ਖਰਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਸ ਨੂੰ ਅਸੀਂ ਕੁੱਲ ਰਾਸ਼ਟਰੀ ਆਮਦਨ ਜਿਹੜਾ ਕਹਿੰਦੇ ਹੈਗੇ। ਠੀਕ ਹੈ, ਕੁੱਲ ਰਾਸ਼ਟਰੀ ਹੈ, ਧਿਆਨ ਰੱਖਣਾ ਤੇ ਕੁੱਲ ਰਾਸ਼ਟਰੀ ਆਮਦਨ ਦੀ ਗੱਲ ਕੀਤੀ ਗਈ ਹੈ ਕਿ ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਦੇ ਵਿੱਚ ਜਦੋਂ ਘਸਾਵਟ ਖਰਚ ਨੂੰ ਸ਼ਾਮਲ ਕੀਤਾ ਜਾਊਗਾ, ਜੋ ਘਸਾਵਟ ਕੀਤੀ ਜਾਂਦੀ ਹੈ ਖਰਚ ਕੀਤਾ ਜਾਂਦਾ ਹੈ ਉਸ ਨੂੰ ਇਹਦੇ ਵਿੱਚ ਇਨਕਲੂਡ ਕੀਤਾ ਜਾਂਦਾ ਹੈ। ਤੀਸਰੀ ਟਰਮ ਆ ਜਾਂਦੀ ਹੈ ਸ਼ੁੱਧ ਰਾਸ਼ਟਰੀ ਆਮਦਨ ਨੈਟ ਨੈਸ਼ਨਲ ਇਨਕਮ, ਜਦੋਂ ਘਸਾਵਟ ਖਰਚ ਨੂੰ ਘਟਾ ਦਿੱਤਾ ਜਾਵੇ। ਠੀਕ ਹੈ, ਜਦੋਂ ਘਸਾਵਟ ਖਰਚ ਨੂੰ ਘਟਾ ਦਿੱਤਾ ਜਾਵੇ ਅਤੇ ਉਸ ਨੂੰ ਸ਼ੁੱਧ ਰਾਸ਼ਟਰੀ ਆਮਦਨ ਜਿਹੜਾ ਕਿਹਾ ਜਾਂਦਾ ਹੈ। ਕੁੱਲ ਰਾਸ਼ਟਰੀ ਆਮਦਨ ਦੇ ਵਿੱਚ ਘਸਾਵਟ ਖਰਚ ਸ਼ਾਮਲ ਕੀਤਾ ਜਾਂਦਾ ਹੈ, ਸ਼ੁੱਧ ਦੇ ਵਿੱਚ ਇਸ ਨੂੰ ਥੋੜ੍ਹਾ ਜਿਹਾ ਜਿਹੜਾ ਕਹਿ ਸਕਦੇ ਆ ਘੱਟ ਕਰ ਦਿੱਤਾ ਜਾਂਦਾ ਹੈ, ਘਟਾ ਦਿੱਤਾ ਜਾਂਦਾ ਹੈ। ਤੀਸਰੀ ਆਉਂਦੀ ਹੈ ਘਰੇਲੂ ਆਮਦਨ। ਰਾਸ਼ਟਰੀ ਆਮਦਨ ਦੇ ਵਿੱਚੋਂ ਜੇਕਰ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਆਮਦਨ ਨੂੰ ਘਟਾ ਦਿੱਤਾ ਜਾਵੇ ਤਾਂ ਜੋ ਆਮਦਨ ਬਚਦੀ ਹੈ ਉਸ ਨੂੰ ਅਸੀਂ ਘਰੇਲੂ ਆਮਦਨ ਜਿਹੜਾ ਕਹਿੰਦੇ ਹੈਗੇ। ਠੀਕ ਹੈ, ਰਾਸ਼ਟਰੀ ਆਮਦਨ ਦੇ ਵਿੱਚੋਂ ਜੇਕਰ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਨੂੰ ਘਟਾ ਦਿੱਤਾ ਜਾਵੇ, ਜਦ ਕਿ ਜੋ ਵਿਦੇਸ਼ਾਂ ਤੋਂ ਅਸੀਂ ਪ੍ਰਾਪਤ ਕੀਤਾ ਹੈ ਉਸ ਨੂੰ ਅਸੀਂ ਕੱਢ ਦੇਈਏ, ਇਸ ਦੇ ਵਿੱਚੋਂ ਘਟਾ ਦਿੱਤਾ ਜਾਵੇ ਤਾਂ ਉਸ ਨੂੰ ਅਸੀਂ ਬਾਅਦ ਦੇ ਵਿੱਚ ਬਚਦੀ ਆਮਦਨ ਨੂੰ ਜਿਹੜਾ ਹੈ ਘਰੇਲੂ ਆਮਦਨ ਕਹਿ ਸਕਦੇ ਹੈਗੇ। ਓਕੇ, ਜਿਸ ਤਰ੍ਹਾਂ ਕਿ ਰਾਸ਼ਟਰੀ ਆਮਦਨ ਬਰਾਬਰ ਕੁੱਲ ਰਾਸ਼ਟਰੀ ਆਮਦਨ ਮਾਈਨਸ ਘਸਾਵਟ ਖਰਚ, ਇਸ ਤਰੀਕੇ ਦੇ ਨਾਲ ਜਿਹੜੀ ਸਾਨੂੰ ਇਹ ਰਾਸ਼ਟਰੀ ਆਮਦਨ ਪ੍ਰਾਪਤ ਹੋ ਜਾਂਦੀ ਹੈ। ਨੈਕਸਟ ਹੈ, ਇਹ ਫਾਰਮੂਲਾ ਜ਼ਰੂਰ ਯਾਦ ਰੱਖ ਲੈਣਾ। ਦੂਸਰੀ ਟਰਮ ਪ੍ਰਤੀ ਵਿਅਕਤੀ ਆਮਦਨ ਪਰ ਕੈਪੀਟਾ ਇਨਕਮ ਜਿਹੜੀ ਹੈ ਇਹ ਕਿਸ ਨੂੰ ਕਹਿੰਦੇ ਹੈਗੇ ਨੇਗੇ। ਸੋ ਪਰਿਭਾਸ਼ਾ ਦੇ ਅਨੁਸਾਰ ਗੱਲ ਕਰੀਏ ਤਾਂ ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਹੈ ਕਿਸੇ ਦੇਸ਼ ਦੇ ਲੋਕਾਂ ਨੂੰ ਇੱਕ ਨਿਸ਼ਚਿਤ ਅਵਧੀ ਦੇ ਵਿੱਚ, ਇੱਕ ਨਿਸ਼ਚਿਤ ਸਮੇਂ ਦੇ ਵਿੱਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਤੋਂ ਹੈ। ਇੱਕ ਨਿਸ਼ਚਿਤ ਸਮੇਂ ਦੇ ਵਿੱਚ, ਇੱਕ ਸਾਲ ਦੇ ਵਿੱਚ, ਇੱਕ ਮਹੀਨੇ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਨਾ ਇਨਕਮ ਪ੍ਰਾਪਤ ਹੁੰਦੀ ਹੈ, ਔਸਤ ਐਵਰੇਜ ਜਿਹੜੀ ਇਨਕਮ ਹੁੰਦੀ ਆ ਉਸ ਨੂੰ ਅਸੀਂ ਪ੍ਰਤੀ ਵਿਅਕਤੀ ਆਮਦਨ ਜਿਹੜਾ ਕਹਿੰਦੇ ਹੈਗੇ ਆ। ਸੋ ਐਗਜ਼ਾਮਪਲ ਦੇ ਤੌਰ ਦੇ ਉੱਪਰ ਕਿ 1994-95 ਦੇ ਵਿੱਚ ਭਾਰਤ ਦੇ ਪ੍ਰਤੀ ਵਿਅਕਤੀ ਆਮਦਨ ਜਿਹੜੀ ਸੀਗੀ ਉਹ 8237 ਰੁਪਏ ਸੀਗੀ ਅਤੇ 2010-11 ਦੇ ਵਿੱਚ ਪੰਜਾਬ ਦੀ ਜਿਹੜੀ ਹੈ 68,998 ਰੁਪਏ ਸੀਗੀ। ਤਾਂ ਇੱਥੇ ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਜਿਹੜਾ ਹੈ ਉਹ ਰਾਸ਼ਟਰੀ ਆਮਦਨ ਨੂੰ ਜਨਸੰਖਿਆ ਦੇ ਨਾਲ ਵੰਡ ਕਰਕੇ ਅਸੀਂ ਇਸ ਦਾ ਪਤਾ ਲਗਾ ਸਕਦੇ ਹਾਂ ਕਿ ਪ੍ਰਤੀ ਵਿਅਕਤੀ ਜਿਹੜੀ ਆਮਦਨ ਹੈ ਉਹ ਕਿੰਨੀ ਹੈਗੀ। ਠੀਕ ਹੈ, ਸੋ ਰਾਸ਼ਟਰੀ ਆਮਦਨ ਨੂੰ ਜਨਸੰਖਿਆ ਦੇ ਨਾਲ ਵੰਡਾਂਗੇ। ਐਗਜ਼ਾਮਪਲ ਦੇ ਤੌਰ ਦੇ ਉੱਪਰ ਪ੍ਰਤੀ ਵਿਅਕਤੀ ਆਮਦਨ ਬਰਾਬਰ ਰਾਸ਼ਟਰੀ ਆਮਦਨ ਬਟਾ ਜਨਸੰਖਿਆ। ਠੀਕ ਹੈ, ਕਿ ਰਾਸ਼ਟਰੀ ਆਮਦਨ ਜਿਹੜੀ ਕਿੰਨੀ ਹੈ। ਸੋ ਇੱਥੇ ਰਾਸ਼ਟਰੀ ਆਮਦਨ ਜਿਹੜੀ ਹੈ ਉਹ ਦੱਸਿਆ ਗਿਆ ਹੈ, ਉਹਦੇ ਅਨੁਸਾਰ ਅਸੀਂ ਜਿਹੜਾ ਉਸ ਨੂੰ ਫਾਈਂਡ ਆਊਟ ਕਰ ਸਕਦੇ ਹੈਗੇ। ਨੈਕਸਟ ਹੈ ਚਾਲੂ ਕੀਮਤਾਂ ਅਤੇ ਪ੍ਰਤੀ ਵਿਅਕਤੀ ਆਮਦਨ ਨੂੰ ਮੌਦਰਿਕ ਪ੍ਰਤੀ ਵਿਅਕਤੀ ਆਮਦਨ ਜਾਂ ਸਥਿਰ ਕੀਮਤਾਂ ਅਤੇ ਪ੍ਰਤੀ ਵਿਅਕਤੀ ਆਮਦਨ ਨੂੰ ਅਸਲ ਪ੍ਰਤੀ ਵਿਅਕਤੀ ਆਮਦਨ ਜਿਹੜਾ ਹੈ ਉਹ ਕਿਹਾ ਜਾਂਦਾ ਹੈਗਾ। ਜਿਵੇਂ ਕਿ ਮੰਨ ਲਓ ਕਿਸੇ ਦੇਸ਼ ਦੀ ਅਸਲੀ ਰਾਸ਼ਟਰੀ ਆਮਦਨ ਦੇ ਵਿੱਚ 4% ਸਾਲਾਨਾ ਵਾਧਾ ਹੋਇਆ ਹੈ ਅਤੇ ਜਨਸੰਖਿਆ ਦੇ ਵਿੱਚ ਵੀ 4% ਸਾਲਾਨਾ ਵਾਧਾ ਹੋਇਆ। ਪ੍ਰਤੀਸ਼ਤ ਦੇ ਵਿੱਚ ਗੱਲ ਕੀਤੀ ਹੈ 4% ਹੀ ਜਨਸੰਖਿਆ ਵਧੀ ਹੈ, 4% ਹੀ ਜਿਹੜੀ ਹੈ ਉਹਨਾਂ ਦੀ ਕਹਿ ਸਕਦੇ ਹੈਗੀਆਂ ਰਾਸ਼ਟਰੀ ਇਨਕਮ ਹੈ ਉਹ ਵਧੀ ਹੈ। ਤਾਂ ਇਹਦੇ ਨਾਲ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਜਿਹੜੇ ਉਸ ਦੇਸ਼ ਦੀ ਸਾਲਾਨਾ ਆਮਦਨ ਦੇ ਵਿੱਚ, ਠੀਕ ਆ, ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ ਕੋਈ ਵੀ ਵਾਧਾ ਨਹੀਂ ਹੋਇਆ, ਕਿਉਂਕਿ ਜਿੰਨਾ ਹੀ ਉਹਨਾਂ ਦੀ ਪੋਪੂਲੇਸ਼ਨ ਵਧੀ ਹੈ ਉਨੀ ਹੀ ਜਿਹੜੀ ਕਹਿ ਸਕਦੇ ਹੈਗੇ ਆ ਆਮਦਨ ਵਧੀ ਹੈ। ਤਾਂ ਇਸ ਕਰਕੇ ਦੋਨੋਂ ਬਰਾਬਰ ਹੈ, ਤਾਂ ਕੋਈ ਕਿਸੇ ਤਰ੍ਹਾਂ ਦੇ ਵਿੱਚ ਵਾਧਾ ਨਹੀਂ ਹੋਇਆ। ਨੈਕਸਟ ਹੈ ਤੀਸਰੀ ਟਰਮ ਜਿਹਨੂੰ ਕੰਜੰਪਸ਼ਨ ਜਾਂ ਉਪਭੋਗ ਜਿਹੜਾ ਕਹਿੰਦੇ ਹੈਗੇ ਆ। ਸੋ ਉਪਭੋਗ ਸ਼ਬਦ ਤੋਂ ਭਾਵ ਹੈ ਜਾਂ ਭੋਗ ਸ਼ਬਦ ਜਿਹੜਾ ਹੈ ਉਹ ਉਸ ਦਾ ਪ੍ਰਯੋਗ ਜਿਹੜਾ ਹੈ ਦੋ ਅਰਥਾਂ ਦੇ ਵਿੱਚ ਕੀਤਾ ਜਾਂਦਾ ਹੈ, ਇੱਕ ਕਿਰਿਆ ਦੇ ਰੂਪ ਦੇ ਵਿੱਚ ਅਤੇ ਦੂਜਾ ਜਿਹੜਾ ਹੈ ਉਹ ਖਰਚ ਦੇ ਰੂਪ ਦੇ ਵਿੱਚ। ਸੋ ਕਿਰਿਆ ਦੇ ਰੂਪ ਦੇ ਵਿੱਚ ਗੱਲ ਕਰੀਏ ਤਾਂ ਉਪਭੋਗ ਜਿਹੜਾ ਹੈ ਉਹ ਕਿਰਿਆ ਹੈ ਜਿਸ ਰਾਹੀਂ ਮਨੁੱਖ ਦੀਆਂ ਲੋੜਾਂ ਨੂੰ ਪ੍ਰਤੱਖ ਸੰਤੁਸ਼ਟੀ ਮਿਲਦੀ ਹੈਗੀ। ਠੀਕ ਹੈ, ਜਿਸ ਰਾਹੀਂ ਮਨੁੱਖ ਦੀਆਂ ਲੋੜਾਂ ਨੂੰ ਪ੍ਰਤੱਖ ਸੰਤੁਸ਼ਟੀ ਮਿਲਦੀ ਹੈ, ਇਹ ਕਿਰਿਆ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਅਗਰ ਅਸੀਂ ਗੱਲ ਕਰੀਏ
ਐਗਜ਼ੈਂਪਲ ਦੇ ਤੌਰ 'ਤੇ ਕਿ ਕਿਹੜੀਆਂ ਹੋ ਸਕਦੀਆਂ ਜੋ ਪ੍ਰਤੱਖ ਤੌਰ 'ਤੇ ਸਾਨੂੰ ਸੰਤੁਸ਼ਟ ਕਰਦਾ ਹੈ, ਜਿਵੇਂ ਪਿਆਸ ਬੁਝਾਉਣ ਦੇ ਲਈ ਅਸੀਂ ਪਾਣੀ ਦਾ ਪ੍ਰਯੋਗ ਕਰਦੇ ਹਾਂ, ਭੁੱਖ ਮਿਟਾਉਣ ਦੇ ਲਈ ਅਸੀਂ ਰੋਟੀ ਦਾ ਇਸਤੇਮਾਲ ਕਰਦੇ ਹਾਂ। ਸੋ ਇਹ ਪ੍ਰਤੱਖ ਯਾਨੀ ਕਿ ਡਾਇਰੈਕਟ ਤਰੀਕੇ ਦੇ ਨਾਲ ਸਾਡੀ ਜਿਹੜੀ ਹੈ ਉਹ ਸੰਤੁਸ਼ਟੀ ਕਰਦਾ ਹੈਗਾ ਗਾ। ਅਸੀਂ ਇਸ ਨੂੰ ਨਾ ਪੀ ਕੇ ਆਪਣੀ ਜਿਹੜੀ ਕਹਿ ਸਕਦੇ ਹਾਂ ਪਿਆਸ ਅਤੇ ਰੋਟੀ ਦੀ ਭੁੱਖ ਜਿਹੜੀ ਹੈ ਉਹ ਮਾਰ ਸਕਦੇ ਹਾਂ। ਦੂਸਰੀ ਟਰਮ ਆ ਜਾਂਦੀ ਹੈ ਖਰਚ ਦੇ ਰੂਪ ਦੇ ਵਿੱਚ। ਖਰਚ ਦੇ ਰੂਪ ਦੇ ਵਿੱਚ ਕੰਜ਼ੰਪਸ਼ਨ ਦਾ ਅਰਥ ਹੈ ਕਿ ਉਸ ਕੁੱਲ ਖਰਚ ਤੋਂ ਹੈ ਜੋ ਉਪਭੋਗ ਵਸਤੂਆਂ 'ਤੇ ਕੀਤਾ ਜਾਂਦਾ ਹੈ। ਠੀਕ ਹੈ, ਯਾਨੀ ਕਿ ਜੋ ਕਹਿ ਸਕਦੇ ਹੈਗੇ ਕਿ ਵਸਤੂਆਂ ਨੂੰ ਖਰੀਦਣ ਦੇ ਲਈ ਖਰਚ ਕੀਤਾ ਜਾਂਦਾ ਹੈ, ਕੁੱਲ ਖਰਚ, ਉਸ ਨੂੰ ਅਸੀਂ ਉਪਭੋਗ ਜਾਂ ਕੰਜ਼ੰਪਸ਼ਨ ਜਿਹੜਾ ਉਹ ਕਹਿੰਦੇ ਹੈਗੇ ਕਿ ਵਸਤੂਆਂ ਨੂੰ ਖਰੀਦਣ ਦੇ ਲਈ। ਐਗਜ਼ਾਮਪਲ ਦੇ ਤੌਰ 'ਤੇ ਜਿਵੇਂ ਆਪਾਂ ਗੱਲ ਕਰੀਏ ਕਿ ਮੰਨ ਲਓ ਕਿਸੇ ਅਰਥ ਵਿਵਸਥਾ ਦੀ ਕੁੱਲ ਆਮਦਨ ਜਿਹੜੀ ਹੈ 2000 ਕਰੋੜ ਰੁਪਈਆ ਹੈ ਅਤੇ ਉਸ ਵਿੱਚੋਂ 1500 ਕਰੋੜ ਰੁਪਏ ਉਪਭੋਗ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ ਦੇ ਲਈ ਖਰਚ ਕੀਤਾ ਜਾਂਦਾ ਹੈ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅਰਥ ਵਿਵਸਥਾ ਦਾ ਕੁੱਲ ਉਪਭੋਗ ਜਿਹੜਾ ਹੈ, ਉਪਭੋਗ ਖਰਚ ਜਿਹੜਾ ਉਹ 1500 ਕਰੋੜ ਰੁਪਏ ਹੈ ਅਤੇ ਬਚਤ ਜਿਹੜੀ ਹੈ ਉਹ 500 ਰੁਪਏ ਰਹਿ ਜਾਂਦੀ ਹੈਗੀ ਹੈ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ 2000 ਕਰੋੜ ਦੇ ਵਿੱਚ ਜਾਂ ਤਾਂ ਵਸਤੂਆਂ ਜਾਂ ਜਿਹੜੀਆਂ ਸੇਵਾਵਾਂ ਨੇ ਉਹ ਖਰੀਦ ਲਈਆਂ ਜਾਂਦੀਆਂ ਨੇਗੀਆਂ। ਠੀਕ ਹੈ, ਬਾਕੀ ਦੀ ਜਿਹੜੀ ਕਹਿ ਸਕਦੇ ਹੈਗੇ ਬਚ ਜਾਂਦੇ ਹੈਗੇ ਆ ਪੈਸੇ, ਉਸ ਨੂੰ ਅਸੀਂ ਬਚਤ ਦੇ ਵਿੱਚ ਸ਼ਾਮਿਲ ਕਰ ਦਿੰਦੇ ਹਾਂ। ਅਸੀਂ ਗੱਲ ਕੀਤੀ ਹੈ ਉਪਭੋਗ ਦੀ। ਉਪਭੋਗ ਦੇ ਵਿੱਚ ਅਸੀਂ ਜਿੰਨਾ ਖਰਚ ਕੀਤਾ ਹੈ ਵਸਤੂਆਂ ਨੂੰ ਖਰੀਦਣ ਦੇ ਲਈ ਜਾਂ ਸੇਵਾਵਾਂ ਨੂੰ ਖਰੀਦਣ ਦੇ ਲਈ, ਉਸ ਨੂੰ ਅਸੀਂ ਉਪਭੋਗ ਕਹਿੰਦੇ ਹਾਂ। ਐਗਜ਼ਾਮਪਲ ਦੇ ਤੌਰ ਦੇ ਉੱਪਰ ਤੁਸੀਂ ਫਾਰਮੂਲਾ ਵੀ ਜਿਹੜਾ ਯੂਜ਼ ਕਰ ਸਕਦੇ ਹੋ। ਅਕਸਰ ਪੁੱਛ ਲਿਆ ਜਾਂਦਾ ਹੈ ਆਮਦਨ ਬਰਾਬਰ ਉਪਭੋਗ ਪਲੱਸ ਬਚਤ ਜਿਹੜੀ ਆ ਜਾਂਦੀ ਹੈਗੀ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਤੁਸੀਂ ਇਸ ਦੇ ਵਿੱਚ ਜਿਹੜਾ ਕਹਿ ਸਕਦੇ ਹੋ ਐਡ ਕਰ ਸਕਦੇ ਹੈਗੇ ਹੋ। ਸੋ ਮਾਈਨਸ ਆਊਗਾ ਇੱਥੇ। ਠੀਕ ਹੈ, ਸੋ ਧਿਆਨ ਰੱਖਣਾ ਕਿ ਮਾਈਨਸ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈ ਭੋਗ ਪਲੱਸ ਬਚਤ। ਸੋ ਕਿੰਨਾ ਹੈ ਨਾ ਜੀ ਗੱਲ ਕਰੀਏ ਆਪਾਂ ਜੋੜ ਕੇ, ਇਹ ਜੋੜਿਆ ਗਿਆ ਹੈ ਫਾਰਮੂਲੇ ਦੇ ਥਰੂ ਕਿ ਇਹ ਭੋਗ ਕਿੰਨਾ ਹੈ ਅਤੇ ਬਚਤ ਕਿੰਨੀ ਹੈ, ਦੋਨਾਂ ਨੂੰ ਜੋੜ ਕੇ ਜਿਹੜਾ ਹੈ ਉਹ 2000 ਬਣਦਾ ਹੈਗਾ ਗਾ। ਓਕੇ, ਤਾਂ ਦੋਨਾਂ ਨੂੰ ਜੋੜਿਆ ਜਾਂਦਾ ਹੈ। ਨੈਕਸਟ ਹੈ ਪਰਿਭਾਸ਼ਾ, ਉਪਭੋਗ ਦੀ ਪਰਿਭਾਸ਼ਾ। ਸੋ ਉਪਭੋਗ ਤੋਂ ਭਾਵ ਹੈ ਕਿਸੇ ਅਰਥ ਵਿਵਸਥਾ ਦੇ ਵਿੱਚ ਇੱਕ ਵਰ੍ਹੇ ਦੇ ਦੌਰਾਨ ਉਪਭੋਗ ਕੀਤੇ ਜਾਣ ਵਾਲੇ ਖਰਚ ਤੋਂ ਹੈ, ਯਾਨੀ ਕਿ ਇੱਕ ਵਰ੍ਹੇ ਦੇ ਵਿੱਚ ਕਿੰਨਾ ਖਰਚ ਜਿਹੜਾ ਕੀਤਾ ਜਾਂਦਾ ਹੈ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ ਦੇ ਲਈ। ਐਗਜ਼ਾਮਪਲ ਦੇ ਤੌਰ 'ਤੇ ਇਹਨਾਂ ਨੇ ਗੱਲ ਕੀਤੀ ਹੈ ਕਿ ਉਪਭੋਗ ਜਿਹੜਾ ਹੈ ਉਹ ਕਈ ਤੱਤਾਂ ਜਿਵੇਂ ਕਿ ਆਮਦਨ ਹੋ ਗਿਆ, ਵਸਤੂ ਦੀ ਕੀਮਤ ਹੋ ਗਿਆ, ਫੈਸ਼ਨ ਹੋ ਗਿਆ, ਆਦਿ 'ਤੇ ਨਿਰਭਰ ਕਰਦਾ ਹੈ। ਸੋ ਇਸ ਲਈ ਕਿਹਾ ਜਾਂਦਾ ਹੈ ਕਿ ਉਪਭੋਗ ਜਿਹੜਾ ਹੈ ਉਹ ਕਈ ਤੱਤਾਂ ਦਾ ਜਿਹੜਾ ਰਿਜ਼ਲਟ ਹੈ, ਭਾਵ ਕਿ ਕਈ ਤੱਤਾਂ 'ਤੇ ਨਿਰਭਰ ਕਰਦਾ ਹੈ, ਪਰੰਤੂ ਸਭ ਤੋਂ ਵੱਧ ਜਿਹੜਾ ਕਹਿ ਸਕਦੇ ਹਾਂ ਪ੍ਰਭਾਵਿਤ ਕਰਦਾ ਹੈ ਉਹ ਹੈ ਆਮਦਨ। ਕਿੰਨੀ ਆਮਦਨ ਜਿਹੜੀ ਹੈ ਨਾ ਹੈ ਉਸ ਦੇ ਆਧਾਰ ਦੇ ਉੱਪਰ ਹੀ ਵਸਤੂ ਜਿਹੜੀਆਂ ਜਾਂ ਸੇਵਾਵਾਂ ਨੇ ਜਿਹੜੀਆਂ ਉਹ ਵੱਧ ਪ੍ਰਾਪਤ ਕੀਤੀਆਂ ਜਾਂਦੀਆਂ ਨੇ। ਉਪਭੋਗ ਦੀ ਪ੍ਰਵਿਰਤੀ ਜਿਹੜੀ ਹੈ ਉਹ ਦੋ ਤਰ੍ਹਾਂ ਦੀ ਪਾਈ ਜਾਂਦੀ ਹੈਗੀ ਆ। ਸੋ ਪਹਿਲੀ ਹੈ ਔਸਤ ਉਪਭੋਗ ਪ੍ਰਵਿਰਤੀ, ਐਵਰੇਜ ਪ੍ਰਨਸਥਿਤੀ ਜਿਹੜੀ ਸੀ ਟੂ ਕੰਜ਼ਿਊਮ। ਦੂਸਰਾ ਹੈ ਸੀਮਾਂਤ ਉਪਭੋਗ ਪ੍ਰਵਿਰਤੀ। ਸੋ ਇਹ ਦੋ ਕਿਸਮਾਂ ਇਸ ਦੀਆਂ ਜਿਹੜੀਆਂ ਹੈਗੀਆਂ ਨੇਗੀਆਂ, ਇਹ ਵੀ ਧਿਆਨ 'ਚ ਰੱਖਣਾ। ਸੋ ਪਹਿਲੀ ਹੈ ਔਸਤ ਉਪਭੋਗ ਪ੍ਰਵਿਰਤੀ। ਕੁੱਲ ਖਰਚੇ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਪ੍ਰਵਿਰਤੀ ਜਿਹੜੀ ਹੈ ਉਹ ਕਿਹਾ ਜਾਂਦਾ ਹੈ। ਧਿਆਨ ਰੱਖਣਾ ਕਿ ਕੁੱਲ ਖਰਚਾ ਅਤੇ ਕੁੱਲ ਆਮਦਨ, ਕਿੰਨਾ ਤਾਂ ਉੱਥੇ ਖਰਚਾ ਕੀਤਾ ਗਿਆ ਹੈ ਅਤੇ ਕੁੱਲ ਕਿੰਨੀ ਉਸ ਦੀ ਆਮਦਨ ਹੈ, ਜਦੋਂ ਇਸ ਦਾ ਅਨੁਪਾਤ ਕੱਢਾਂਗੇ ਤਾਂ ਉਸ ਸਮੇਂ ਜਿਹੜੀ ਹੈ ਔਸਤ ਉਪਭੋਗ ਜਿਹੜੀ ਆ ਉਹ ਬਣਦੀ ਹੈ। ਇਸ ਤੋਂ ਸਾਨੂੰ ਇਹ ਪਤਾ ਲੱਗੇਗਾ ਕਿ ਲੋਕ ਆਪਣੀ ਕੁੱਲ ਆਮਦਨ ਦਾ ਕਿੰਨਾ ਹਿੱਸਾ ਜਿਹੜਾ ਉਪਭੋਗ ਦੇ ਉੱਪਰ ਖਰਚ ਕਰ ਰਹੇ ਹੈਗੇ ਨੇ ਅਤੇ ਕਿੰਨਾ ਹਿੱਸਾ ਜਿਹੜਾ ਉਹ ਬਚਾਉਂਦੇ ਹੈਗੇ ਨੇਗੇ। ਸੋ ਇਹਦੇ ਵਿੱਚ ਸ਼ਾਮਲ ਆ ਜਾਂਦਾ ਹੈਗਾ ਗਾ। ਸੋ ਐਗਜ਼ਾਮਪਲ ਦੇ ਤੌਰ 'ਤੇ ਅਸੀਂ ਗੱਲ ਕਰੀਏ ਜਿਵੇਂ ਔਸਤ ਉਪਭੋਗ ਪ੍ਰਵਿਰਤੀ ਬਰਾਬਰ ਉਪਭੋਗ ਵਟਾ ਆਮਦਨ। ਠੀਕ ਹੈ, ਸੋ ਕਿੰਨਾ ਖਰਚ ਕੀਤਾ ਗਿਆ ਹੈ ਵਟਾ ਅਸੀਂ ਲਾਵਾਂਗੇ ਕਿ ਉਹਦੀ ਆਮਦਨ ਕਿੰਨੀ ਹੈ, ਉਸ ਦਾ ਜਿਹੜਾ ਫਲਨ ਜਾਂ ਰਿਜ਼ਲਟ ਨਿਕਲੂਗਾ ਉਸ ਨੂੰ ਅਸੀਂ ਇਹਦੇ ਵਿੱਚ ਇਨਕਲੂਡ ਕਰਾਂਗੇ। ਸੋ ਉਦਾਹਰਨ ਦੇ ਤੌਰ 'ਤੇ ਸਮਝੀਏ ਕਿ ਕਿਵੇਂ ਅਸੀਂ ਇਸ ਨੂੰ ਕੱਢ ਸਕਦੇ ਹਾਂ। ਸੋ ਜੇਕਰ 100 ਕਰੋੜ ਰੁਪਏ ਦੀ ਕੁੱਲ ਆਮਦਨ ਦੇ ਵਿੱਚੋਂ, ਯਾਨੀ ਕਿ ਉਸ ਦੀ ਆਮਦਨ ਜਿਹੜੀ ਹੈ ਉਹ 100 ਕਰੋੜ ਹੈਗੀ ਆ ਅਤੇ ਉਸ ਦੇ ਵਿੱਚੋਂ 80 ਕਰੋੜ ਰੁਪਏ ਜਿਹੜਾ ਉਪਭੋਗ 'ਤੇ ਖਰਚ ਕੀਤਾ ਜਾਂਦਾ ਹੈ, ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਉਹਦੇ ਆਧਾਰ ਦੇ ਉੱਪਰ ਅਸੀਂ ਦੇਖਾਂਗੇ ਕਿੰਨਾ ਜਿਹੜਾ ਹੈ ਉਹ ਬਚਦਾ ਹੈ। ਠੀਕ ਹੈ, ਸੌਰੀ ਫਾਊਂਡ ਜਿਹੜਾ ਹੈ ਥੋੜ੍ਹਾ ਜਿਹਾ ਬਾਏ ਮਿਸਟੇਕ ਗਲਤ ਹੋ ਗਿਆ। ਸੋ ਇੱਥੇ ਜੇਕਰ ਆਪਾਂ ਗੱਲ ਕਰੀਏ, ਠੀਕ ਹੈ, ਉਸੇ ਤਰੀਕੇ ਦੇ ਨਾਲ ਫਾਰਮੂਲਾ ਲਾਵਾਂਗੇ। ਸੋ 80 ਕਰੋੜ ਰੁਪਈਆ ਜਿਹੜਾ ਕਹਿ ਸਕਦੇ ਹੈਗੇ ਆਂਗੇ ਉਪਭੋਗ ਕੀਤਾ ਹੈ, ਕੁੱਲ ਆਮਦਨ ਜਿਹੜੀ ਆ ਉਹਦੀ 100 ਕਰੋੜ ਹੈਗੀ। ਠੀਕ ਹੈ, ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹੈਗੇ ਆਂਗੇ ਕਿ ਜੋ ਸਾਡੇ ਕੋਲੇ ਬਚੂਗਾ 0.8 ਜਿਹੜਾ ਬਚ ਜਾਊਗਾ। ਠੀਕ ਹੈ, ਜਿਹਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਕੋਲੇ ਆਮਦਨ ਜਿਹੜੀ ਹੈ ਉਪਭੋਗ ਜਿਹੜਾ ਹੈ ਉਹ 80% ਉਹਨੇ ਖਰਚ ਕੀਤਾ ਹੈ ਅਤੇ 20% ਜਿਹੜਾ ਹੈ ਉਸ ਕੋਲੇ ਬਚਤ ਰਹਿ ਗਈ ਹੈ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਅਸੀਂ ਉਹਨੂੰ ਜਿਹੜਾ ਫਾਈਂਡ ਆਊਟ ਕਰ ਸਕਾਂਗੇ। ਠੀਕ ਹੈ ਜੀ, ਨੈਕਸਟ ਹੈ ਦੂਸਰੀ ਟਰਮ ਸੀਮਾਂਤ ਉਪਭੋਗ ਪ੍ਰਵਿਰਤੀ। ਸੋ ਆਮਦਨ ਦੇ ਵਿੱਚ ਹੋਣ ਵਾਲੇ ਪਰਿਵਰਤਨ ਵਜੋਂ ਉਪਭੋਗ ਵਿੱਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਉਪਭੋਗ ਪ੍ਰਵਿਰਤੀ ਕਹਿੰਦੇ ਹੈਗੇ ਨੇਗੇ।
ਇਹ ਕਹਿੰਦੇ ਕਿ ਜਿਵੇਂ ਹੀ ਆਮਦਨ ਦੇ ਵਿੱਚ ਕੋਈ ਪਰਿਵਰਤਨ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਉਪਭੋਗ ਵਿੱਚ ਵੀ ਪਰਿਵਰਤਨ ਹੁੰਦਾ ਹੈ ਅਤੇ ਉਸ ਪਰਿਵਰਤਨ ਦੇ ਅਧੀਨ ਜੋ ਅਨੁਪਾਤ ਕੱਢਿਆ ਜਾਂਦਾ ਹੈ ਉਸ ਨੂੰ ਅਸੀਂ ਜਿਹੜਾ ਕਹਿ ਸਕਦੇ ਹੈਗੇ ਸੀਮਾਂਤ ਉਪਭੋਗ ਪ੍ਰਵਿਰਤੀ ਜਿਹੜਾ ਕਹਿੰਦੇ ਹੈਗੇ ਆਂਗੇ। ਠੀਕ ਹੈ, ਸੋ ਇਹਦੀ ਫਾਰਮੂਲਾ ਹੈ ਸੀਮਾਂਤ ਉਪਭੋਗ ਪ੍ਰਵਿਰਤੀ ਬਰਾਬਰ ਉਪਭੋਗ ਵਿੱਚ ਪਰਿਵਰਤਨ ਵਟਾ ਆਮਦਨ ਦੇ ਵਿੱਚ ਪਰਿਵਰਤਨ। ਠੀਕ ਹੈ, ਸੋ ਐਗਜ਼ਾਮਪਲ ਦੇ ਤੌਰ ਦੇ ਉੱਪਰ ਕਿ ਜੇਕਰ ਆਮਦਨ ਦੇ ਵਿੱਚ ਪਰਿਵਰਤਨ ਹੋਣ ਦੇ ਕਾਰਨ ਉਪਭੋਗ 80 ਕਰੋੜ ਰੁਪਏ ਤੋਂ ਵੱਧ ਕੇ 120 ਕਰੋੜ ਰੁਪਏ ਹੋ ਜਾਂਦਾ ਹੈ, ਤੇ ਇਸ ਤਰ੍ਹਾਂ ਉਪਭੋਗ ਦੇ ਵਿੱਚ 40 ਕਰੋੜ ਰੁਪਏ ਦਾ ਜਿਹੜਾ ਪਰਿਵਰਤਨ ਹੁੰਦਾ ਹੈਗਾ ਗਾ। ਠੀਕ ਹੈ, ਸੋ ਇਹਦਾ ਵੀ ਫਾਰਮੂਲਾ ਜਿਹੜਾ ਉਹ ਇਸੇ ਤਰੀਕੇ ਦਾ ਹੀ ਹੈਗਾ ਗਾ ਕਿ 120 ਕਰੋੜ ਰੁਪਏ ਮਾਈਨਸ 80 ਕਰੋੜ ਰੁਪਏ ਤਾਂ 40 ਕਰੋੜ ਰੁਪਏ ਜਿਹੜਾ ਉਸ ਦੇ ਵਿੱਚ ਪਰਿਵਰਤਨ ਕੀਤਾ ਗਿਆ। ਉਸੇ ਤਰੀਕੇ ਦੇ ਨਾਲ ਹੀ ਜਿਹੜਾ ਕਹਿ ਸਕਦੇ ਹਾਂ ਉਹਦੀਆਂ ਜਿਹੜੀਆਂ ਉਪਭੋਗ ਦੀਆਂ ਵਸਤੂਆਂ ਨੇ ਉਹਦੇ ਵਿੱਚ ਵੀ ਪਰਿਵਰਤਨ ਸਾਨੂੰ ਦੇਖਣ ਨੂੰ ਮਿਲੂਗਾ। ਠੀਕ ਹੈ ਜੀ, ਸੋ ਉਸੇ ਤਰੀਕੇ ਦਾ ਹੀ ਫਾਰਮੂਲਾ ਹੈ, ਤੁਸੀਂ ਉਹਦੇ ਨਾਲ ਹੀ ਜਿਹੜਾ ਇਸਨੂੰ ਫਾਈਂਡ ਆਊਟ ਕਰ ਸਕਦੇ ਹੈਗੇ ਹੋਗੇ। ਠੀਕ ਹੈ, ਮੀਨਜ਼ ਇਹ ਹੈ ਕਿ ਆਮਦਨ ਦੇ ਵਿੱਚ ਵੀ ਪਰਿਵਰਤਨ ਹੋਊਗਾ ਅਤੇ ਵਸਤੂਆਂ ਨੂੰ ਖਰੀਦਣ ਦੇ ਵਿੱਚ ਵੀ ਜਿਹੜਾ ਪਰਿਵਰਤਨ ਹੋਊਗਾ ਉਹਦੇ ਆਧਾਰ ਦੇ ਉੱਪਰ ਜਿਹੜਾ ਹੈ ਇਸ ਨੂੰ ਅਸੀਂ ਸੀਮਾਂਤ ਜਿਹੜਾ ਕਹਿੰਦੇ ਹੈਗੇ। ਨੈਕਸਟ ਹੈ ਬੱਚਤ। ਸੋ ਬੱਚਤ ਸਾਰਿਆਂ ਨੂੰ ਹੀ ਪਤਾ ਸਧਾਰਨ ਜੀ ਟਰਮ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਹਿ ਸਕਦੇ ਹੈ ਨਾ ਕੋਈ ਪੈਸਾ ਕਿਸੇ ਵੀ ਵਸਤੂ ਨੂੰ ਜਿਹੜਾ ਅਸੀਂ ਜਦੋਂ ਬਚਾਉਂਦੇ ਹੈ ਸੰਭਾਲ ਕੇ ਰੱਖਦੇ ਹਾਂ ਆਉਣ ਵਾਲੇ ਭਵਿੱਖ ਦੇ ਲਈ ਤਾਂ ਅਸੀਂ ਉਸਨੂੰ ਪੰਜਾਬੀ ਦੇ ਵਿੱਚ ਨਾ ਸੇਵਿੰਗ ਜਾਂ ਕਹਿ ਸਕਦੇ ਹਾਂ ਬੱਚਤ ਅਸੀਂ ਕਹਿੰਦੇ ਹੈਗੇ ਹਾਂ। ਸੋ ਇੱਥੇ ਆਮਦਨ ਤੋਂ ਲਿਆ ਗਿਆ ਹੈ ਤਾਂ ਆਮਦਨ ਦੇ ਵਿੱਚੋਂ ਉਪਭੋਗ ਸੰਬੰਧੀ ਖਰਚਿਆਂ ਨੂੰ ਘਟਾਉਣ ਪਿੱਛੋਂ ਜੋ ਧਨ ਬਾਕੀ ਬਚ ਜਾਂਦਾ ਹੈ ਉਸ ਨੂੰ ਅਸੀਂ ਬੱਚਤ ਕਹਿੰਦੇ ਹੈਗੇ ਹਾਂ। ਬੱਚਤ ਆਮਦਨ ਅਤੇ ਉਪਭੋਗ ਖਰਚ ਦੇ ਅੰਤਰ ਨੂੰ ਕਹਿੰਦੇ ਹੈਗੇ ਨੇਗੇ। ਠੀਕ ਹੈ, ਮੀਨਸ ਕਿ ਜਿੰਨਾ ਅਸੀਂ ਕਮਾਇਆ ਹੈ ਉਸ ਨੂੰ ਅਸੀਂ ਘੱਟ ਤੋਂ ਘੱਟ ਖਰਚ ਕੇ ਜੋ ਚੀਜ਼ ਬਚਾ ਲੈਂਦੇ ਹਾਂ ਜੋ ਧਨ ਬਚਾ ਲੈਂਦੇ ਹਾਂ ਉਸ ਨੂੰ ਅਸੀਂ ਬੱਚਤ ਕਹਿੰਦੇ ਹੈਗੇ ਹਾਂ ਜੀ। ਸੋ ਬੱਚਤ ਨੂੰ ਅਸੀਂ ਆਮਦਨ ਅਤੇ ਉਪਭੋਗ ਯਾਨੀ ਕਿ ਅਸੀਂ ਕੁੱਲ ਆਮਦਨ ਕਿੰਨੀ ਲਈ ਹੈ ਅਤੇ ਉਸ ਦੇ ਵਿੱਚੋਂ ਵਸਤੂਆਂ ਖਰੀਦ ਕੇ ਅਸੀਂ ਕਿੰਨਾ ਜਿਹੜਾ ਕਹਿ ਸਕਦੇ ਹਾਂ ਨਾ ਬਚਾ ਲਿਆ ਹੈ, ਸੋ ਉਸ ਨੂੰ ਅਸੀਂ ਬੱਚਤ ਜਿਹੜਾ ਕਹਿੰਦੇ ਹੈਗੇ ਹਾਂ। ਪਰਿਭਾਸ਼ਾ ਦੇ ਵਿੱਚ ਅਸੀਂ ਗੱਲ ਕਰੀਏ ਕੇਨੇਜ ਦੇ ਅਕੋਰਡਿੰਗ ਤਾਂ ਵਾਸਤਵ ਦੇ ਵਿੱਚ ਬੱਚਤ ਆਮਦਨ ਦੇ ਖਰਚਿਆਂ ਨਾਲੋਂ ਵਧੇਰੀ ਹੁੰਦੀ ਹੈਗੀ ਆ। ਵਾਸਤਵ ਵਿੱਚ ਬੱਚਤ ਆਮਦਨ ਦੇ ਖਰਚਿਆਂ ਦੇ ਨਾਲੋਂ ਵਧੇਰੀ ਹੁੰਦੀ ਹੈ, ਸੋ ਇਸ ਨੂੰ ਅਸੀਂ ਬੱਚਤ ਕਹਿੰਦੇ ਹਾਂ। ਐਗਜ਼ਾਮਪਲ ਦੇ ਤੌਰ ਦੇ ਉੱਪਰ ਕਿ ਜੇਕਰ ਕਿਸੇ ਅਰਥ ਵਿਵਸਥਾ ਦੀ ਆਮਦਨ ਜਿਹੜੀ ਹੈ ਉਹ 2000 ਕਰੋੜ ਰੁਪਏ ਹੈ ਅਤੇ ਉਪਭੋਗ ਜਿਹੜਾ ਉਸਦਾ 1500 ਕਰੋੜ ਰੁਪਏ ਹੈ। ਲਾਸਟ ਐਗਜ਼ਾਮਪਲ ਦੇ ਨਾਲ ਹੀ ਮਿਲੇਗੀ ਤਾਂ ਉਹਨਾਂ ਨੇ 2000 ਕਰੋੜ ਰੁਪਏ ਉਹਨਾਂ ਨੇ ਕਮਾਇਆ ਹੈ ਅਤੇ 1500 ਕਰੋੜ ਰੁਪਏ ਦੀਆਂ ਵਸਤੂਆਂ ਜਾਂ ਸੇਵਾਵਾਂ ਜਿਹੜੀਆਂ ਉਹ ਹਾਸਲ ਕੀਤੀਆਂ ਨੇ ਅਤੇ ਉਸ ਦੇ ਵਿੱਚੋਂ ਜਿਹੜਾ ਕਹਿ ਸਕਦੇ ਹਾਂ 2000 ਦੇ ਵਿੱਚੋਂ ਜਦੋਂ ਅਸੀਂ 1500 ਮਾਈਨਸ ਕਰਾਂਗੇ ਤਾਂ ਉਸ ਤਰੀਕੇ ਦੇ ਨਾਲ ਸਾਨੂੰ 500 ਕਰੋੜ ਰੁਪਏ ਦੀ ਜਿਹੜੀ ਬਚਤ ਹੋਵੇਗੀ ਜੋ ਅਸੀਂ ਫਿਊਚਰ ਦੇ ਲਈ ਜਿਹੜਾ ਬਚਾ ਕੇ ਰੱਖ ਲਵਾਂਗੇ। ਓਕੇ, ਤਾਂ ਬੱਚਤ ਜਿਹੜੀ ਪ੍ਰਵਿਰਤੀ ਹੈ ਉਹ ਦੋ ਪ੍ਰਕਾਰ ਦੀ ਹੁੰਦੀ ਹੈ। ਸੋ ਪਹਿਲਾ ਹੈ ਔਸਤ ਬੱਚਤ ਪ੍ਰਵਿਰਤੀ, ਦੂਸਰਾ ਹੈ ਸੀਮਾਂਤ ਬੱਚਤ ਪ੍ਰਵਿਰਤੀ। ਸੋ ਪਹਿਲਾ ਹੈ ਔਸਤ ਬੱਚਤ ਪ੍ਰਵਿਰਤੀ। ਔਸਤ ਬੱਚਤ ਪ੍ਰਵਿਰਤੀ ਇੱਕ ਵਿਸ਼ੇਸ਼ ਆਮਦਨ ਪੱਧਰ ਅਤੇ ਬੱਚਤ ਅਤੇ ਆਮਦਨ ਦਾ ਜਿਹੜਾ ਅਨੁਪਾਤ ਹੁੰਦਾ ਹੈ। ਧਿਆਨ ਰੱਖਣਾ, ਔਸਤ ਬੱਚਤ ਪ੍ਰਵਿਰਤੀ ਜਿਹੜੀ ਹੈ ਇੱਕ ਵਿਸ਼ੇਸ਼ ਆਮਦਨ ਪੱਧਰ 'ਤੇ ਬੱਚਤ ਅਤੇ ਆਮਦਨ ਦਾ ਜਿਹੜਾ ਹੈ ਉਹ ਅਨੁਪਾਤ ਹੁੰਦਾ ਹੈ, ਸੋ ਉਸ ਨੂੰ ਅਸੀਂ ਔਸਤ ਬੱਚਤ ਜਿਹੜੀ ਪ੍ਰਵਿਰਤੀ ਕਹਿੰਦੇ ਹਾਂ। ਸੋ ਐਗਜ਼ਾਮਪਲ ਦੇ ਤੌਰ ਉੱਪਰ ਫਾਰਮੂਲਾ ਜਿਹੜਾ ਇਸ ਲਈ ਵਰਤਿਆ ਜਾਂਦਾ ਹੈ ਔਸਤ ਬੱਚਤ ਪ੍ਰਵਿਰਤੀ ਬੱਚਤ ਬਟਾ ਆਮਦਨ ਜਿਹੜਾ ਹੈ ਉਹ ਵਰਤ ਲਿਆ ਜਾਂਦਾ ਹੈ। ਸੋ ਉਦਾਹਰਨ ਦੇ ਤੌਰ 'ਤੇ ਅਸੀਂ ਗੱਲ ਕਰੀਏ ਕਿ ਜੇਕਰ ਆਮਦਨ ਜਿਹੜੀ ਹੈ 100 ਕਰੋੜ ਰੁਪਏ ਹੈ ਅਤੇ ਬੱਚਤ ਜਿਹੜੀ ਹੈ ਉਹ 20 ਕਰੋੜ ਰੁਪਏ ਹੈ ਤਾਂ ਉਹਦੇ ਆਧਾਰ ਦੇ ਉੱਪਰ ਅਸੀਂ ਇਸ ਨੂੰ ਵੰਡ ਲੈਂਦੇ ਹੈਗੇ ਹਾਂ ਕਿ ਔਸਤ ਬੱਚਤ ਪ੍ਰਵਿਰਤੀ ਜਿਹੜੀ ਹੈ 20 ਨੂੰ ਅਸੀਂ 100 ਨਾਲ ਜਿਹੜਾ ਡਿਵਾਈਡ ਕਰਾਂਗੇ ਜਿਸ ਨਾਲ 0.2 ਜਾਂ 20% ਜਿਹੜਾ ਉਹ ਬਾਕੀ ਰਹਿ ਜਾਊਗਾ, ਯਾਨੀ ਕਿ 20% ਜਿਹੜੀ ਹੈ ਸਾਡੇ ਕੋਲੇ ਬੱਚਤ ਰਹਿ ਜਾਊਗੀ। ਠੀਕ ਹੈ, ਜੋ ਕਿ ਔਸਤ ਬੱਚਤ ਦੇ ਵਿੱਚ ਆਵੇਗੀ। ਦੂਸਰਾ ਹੈ ਸੀਮਾਂਤ ਬੱਚਤ ਪ੍ਰਵਿਰਤੀ। ਆਮਦਨ ਵਿੱਚ ਹੋਣ ਵਾਲੇ ਪਰਿਵਰਤਨਾਂ ਕਾਰਨ ਬੱਚਤ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਅਨੁਪਾਤ ਨੂੰ ਜਿਹੜਾ ਹੈ ਸੀਮਾਂਤ ਬੱਚਤ ਪ੍ਰਵਿਰਤੀ ਕਹਿੰਦੇ। ਸੇਮ ਲਾਸਟ ਲਾਈਨ ਦੇ ਨਾਲ ਹੈ ਨਾ ਜੋ ਆਪਾਂ ਗੱਲ ਕੀਤੀ ਸੀ ਭੋਗ ਵਾਲਾ ਉਸੇ ਦੇ ਵਿੱਚ ਹੀ ਸੇਮ ਵਰਤ ਲਿਆ ਜਾਂਦਾ, ਬਟ ਇੱਥੇ ਬੱਚਤ ਸ਼ਬਦ ਵਰਤਿਆ ਜਾਂਦਾ ਹੈ। ਸੀਮਾਂਤ ਬੱਚਤ ਪ੍ਰਵਿਰਤੀ ਜਿਹੜੀ ਹੈ ਉਸ ਦੇ ਵਿੱਚ ਬਰਾਬਰ ਬੱਚਤ ਵਿੱਚ ਪਰਿਵਰਤਨ ਬਟਾ ਆਮਦਨ ਦੇ ਵਿੱਚ ਪਰਿਵਰਤਨ ਦੋਨੋਂ ਚੀਜ਼ਾਂ ਇਸ ਦੇ ਵਿੱਚ ਸ਼ਾਮਲ ਨੇ। ਸੋ ਇੱਥੇ ਵੀ ਐਗਜ਼ਾਮਪਲ ਹੈ ਕਿ ਜੇਕਰ ਬੱਚਤ ਜਿਹੜੀ ਹੈ ਉਹ 20 ਕਰੋੜ ਤੋਂ ਵੱਧ ਕੇ 80 ਕਰੋੜ ਰੁਪਇਆ ਹੋ ਜਾਂਦੀ ਹੈ ਤਾਂ ਬੱਚਤ ਦੇ ਵਿੱਚ 80 ਕਰੋੜ ਦੇ ਵਿੱਚੋਂ ਅਸੀਂ ਜਦੋਂ 20 ਕਰੋੜ ਮਾਈਨਸ ਕਰਾਂਗੇ ਤਾਂ 60% ਜਿਹੜਾ ਕਹਿ ਸਕਦੇ ਹੈਗੇ ਆਮਦਨ ਦੇ ਵਿੱਚ ਪਰਿਵਰਤਨ ਹੋਇਆ ਹੈ। ਜੋ ਪਹਿਲਾਂ 20 ਕਰੋੜ ਸੀ ਹੁਣ 80 ਕਰੋੜ ਹੋ ਗਿਆ, ਤਾਂ ਮਤਲਬ 60% ਜਿਹੜਾ ਕਹਿ ਸਕਦੇ ਹਾਂ 0.6 ਜਾਂ 60% ਜਿਹੜਾ ਹੈ ਉਹ ਬੱਚਤ ਦੇ ਵਿੱਚ ਵੀ ਜਾਂ ਇਨਕਮ ਦੇ ਵਿੱਚ ਵੀ ਵਾਧਾ ਹੋਇਆ ਹੈਗਾ ਕੰਮ। ਓਕੇ, ਸੋ ਨੈਕਸਟ ਹੈ 5ਵੀਂ ਟਰਮ ਜਿਹਨੂੰ ਨਿਵੇਸ਼ ਇਨਵੈਸਟਮੈਂਟ ਕਹਿੰਦੇ ਨੇ। ਇਨਵੈਸਟਮੈਂਟ ਅੱਜ ਕੱਲ੍ਹ ਬਹੁਤ ਜ਼ਿਆਦਾ ਜਿਹੜਾ ਵਰਤਿਆ ਜਾਂਦਾ ਹੈ, ਹਰ ਇੱਕ ਨੂੰ ਹੋਣਾ ਪਤਾ ਹੈ। ਇਨਵੈਸਟਮੈਂਟ ਦਾ ਸਧਾਰਨ ਜਿਹਾ ਅਰਥ ਹੈ ਕਿ ਸਾਡੇ ਕੋਲੇ ਜਿਹੜਾ ਹੈ ਮਨੀ ਹੈ, ਆਮਦਨ ਜਿਹੜੀ ਹੈ, ਪੈਸਾ ਮੌਜੂਦ ਹੈ, ਬਹੁਤ ਜ਼ਿਆਦਾ ਹੈ ਜਾਂ ਲਾ ਲਓ ਕੁਛ ਵੀ ਹੈ ਕਿ ਅਸੀਂ ਇਹ ਚੀਜ਼ ਕਰਨਾ ਚਾਹੁੰਦੇ ਕਿ ਫਿਊਚਰ ਦੇ ਵਿੱਚ ਅਸੀਂ ਉਸ ਪੈਸੇ ਨੂੰ ਬਚਾ ਕੇ ਉਸਨੂੰ ਦੁੱਗਣਾ ਕਰਨਾ ਚਾਹੁੰਦੇ ਹੈਗੇ। ਠੀਕ ਹੈ, ਤਾਂ ਉਸ ਨੂੰ ਅਸੀਂ ਇਨਵੈਸਟਮੈਂਟ ਕਹਿੰਦੇ ਹੈਗੇ ਆ।
अजकल बहुत सारा जो कुछ चल रहा है जिमें कि जोड़े बहुत सारे है ना बिजनेसमैन ने वो किसी जमीन नूं जां प्लांट नूं खरीद लेंदे ने जो अज 2 लाख का ले आंदा है, हो सकता कि वो 10 सालों बाद 20 लाख का हो जाए, क्योंकि वो प्राइस जोड़ा वो इनक्रीज होंदा रहिंदा। तो इस तरीके दे नाल लोकां कोल जिहड़ा कह सकते हैं पैसा होंदा है, उसनूं खर्च करके उसकी कीमत वधाउण दे नाल फ्यूचर दे विच उसनूं वधाउण दे लई जिहड़ा सिस्टम वरतिया जांदा है उसनूं असीं इन्वैसटमेंट जां निवेश जिहड़ा वो कह दिंदे हैगे आं जी। ठीक है, सो अर्थशास्त्र दे विच किवें समझिया जाता है, तो अर्थशास्त्र दे विच पूंजी विच होण वाले वाधे नूं निवेश कहा जाता है। उस तरीके नाल कि जिहड़ा पैसा है उहदे विच होण वाले वाधे नूं असीं निवेश जिहड़ा कह दिंदे हैगे। सो एक बारे दे दौरान आमदन का जो भाग उपभोग ते खर्च नहीं किया जाता बल्कि बचा के पूंजी निर्माण के लिए प्रयोग किया जाता है, उसनूं निवेश कहा जाता है। ध्यान रखना कि 1 साल दे विच जिहड़ा कह सकते हैं वस्तुआं नूं खरीदण ते खर्च नहीं किया जाता, सगों उसनूं बचा के जिहड़ा है पूंजी निर्माण के लिए प्रयोग किया जाता है। खर्च नहीं किया जा रहा, वस्तुआं नहीं खरीद रहे, ठीक है, बट उन्होंने बचा के किसी जगह के उपर जिहड़ा कह सकते हैं रखा गया है। कोई प्लांट ले लेता गया है, कोई ऑफिस बना देता है, कोई स्कूल खोल देता है, या कुछ भी कर देता है, ठीक है। उहदे नाल की है कि उन्होंने आने वाली फ्यूचर दे विच उस दी जिहड़ी दुगनी कीमत मिलने वाली होगी। सो उस दे नाल असीं जिहड़ा कह सकते हैं इन्वैसटमेंट जां निवेश की जिहड़ी प्रक्रिया वो कर पाउंदे हैगे। सो परिभाषावां, सो प्रोफैसर हिक्स के अकॉर्डिंग है पूंजी विच होण वाले वाधे नूं निवेश कहा जाता हैगा। एग्जाम्पल के तौर पर गल करिए तो मशीनां, जंतर, कच्चा माल, रेल, सड़कां, भवन, कारखाने, आवाजाई के साधनां आदि निवेश दीआं जिहड़ियां उदाहरणां ने, जानी कि इन्हां नूं खरीद के असीं जिहड़ा कह सकते हैगे ना पैसे दे विच वाधा कर सकते हैगे। एग्जाम्पल के तौर पर मशीनां दी लैने कि जिवें कि खेतां दे लई असीं ट्रैक्टर ले लिया है ना, ਜਾਂ हल ले लिया, जो कुछ भी ले लिया, तो ਅਸੀਂ उसनूं एक बार पैसे लगाए ने, बट उसनूं ਅਸੀਂ ਬਾਅਦ ਦੇ ਵਿੱਚ ਯੂਜ਼ ਕਰਕੇ ਉਸ ਤੋਂ ਦੁੱਗਣਾ ਤਿੱਗਣਾ ਪੈਸਾ ਜਿਹੜਾ ਉਹ ਕਮਾ ਸਕਦੇ ਹਾਂ। ਸੜਕਾਂ ਦੇ ਉੱਪਰ ਜਿਹੜਾ ਕਹਿ ਸਕਦੇ ਹੈਗੇ ਆਂਗੇ ਨਾ ਟੋਲ ਪਲਾਜ਼ਾ ਲਗਾ ਕੇ ਅਸੀਂ ਉਸ ਤੋਂ ਵੀ ਪੈਸਾ ਕਮਾ ਸਕਦੇ ਹੈਗੇ ਆਂਗੇ। ਕਾਰਖਾਨੇ ਦੇ ਵਿੱਚ, ਆਵਾਜਾਈ ਦੇ ਸਾਧਨਾਂ ਵਿੱਚ, ਕੱਚੇ ਮਾਲ ਤੋਂ, ਉਹ ਸਾਰੇ ਅਸੀਂ ਕਹਿ ਸਕਦੇ ਹਾਂ ਕਿ ਇਨਵੈਸਟ ਕੀਤੇ ਨੇ ਇੱਕ ਵਾਰੀ, ਉਸ ਤੋਂ ਬਾਅਦ ਸਾਨੂੰ ਉਸ ਤੋਂ ਜਿਹੜੀ ਅਰਨਿੰਗ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈਗੀ। ਓਕੇ, ਸੋ ਨਿਵੇਸ਼ ਉਤਪਾਦਨ ਦਾ ਉਹ ਹਿੱਸਾ ਹੈ ਜੋ ਵਸਤੂਆਂ ਅਤੇ ਸੇਵਾਵਾਂ ਦੇ ਵਧੇਰੇ ਉਤਪਾਦਨ ਦੇ ਲਈ ਪ੍ਰਯੋਗ ਹੁੰਦਾ ਹੈ। ਨਿਵੇਸ਼ ਦਾ ਅਰਥ ਹੈ ਅਸਲ ਪੂੰਜੀ ਵਿੱਚ ਵਾਧਾ, ਜਿਸ ਰਾਹੀਂ ਆਮਦਨ ਦੀ ਜਿਹੜੀ ਸਿਰਜਣਾ ਹੁੰਦੀ ਹੈਗੀ, ਯਾਨੀ ਕਿ ਇਨਕਮ ਜਿਹੜੀ ਹੈ ਉਹ ਆਉਂਦੀ ਹੈਗੀ। ਸੋ ਨਿਵੇਸ਼ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਨੇ ਕੁਛ, ਜਿਨ੍ਹਾਂ ਦੇ ਆਧਾਰ ਦੇ ਉੱਪਰ ਨਿਵੇਸ਼ ਜਿਹੜੀ ਇਨਵੈਸਟਮੈਂਟ ਉਹ ਕੀਤੀ ਜਾਂਦੀ ਹੈਗੀ। ਸੋ ਫਸਟ ਹੈ ਇਸ ਦੇ ਵਿੱਚ ਗੱਲ ਕਰੀਏ कि एक लाभदार होंदी है और दूसरा जिहड़ा है ब्याजदार। सो एक तरीके नाल तां लाभ होंदा है तो एक उस दे विच जिहड़ा कह सकते हैं इंटरस्ट जां ब्याज की दर नूं भी प्राप्त कीता ना। इन्हां 2 तरीके नाल जिहड़ा कह सकते हैं निवेश नूं निर्धारित किया जाता है। सो लाभ की दर पूंजी नूं सीमांत कुशलता जिहड़ा वो कहा जाता है। जो लाभ की दर होंदा है पहला जिहड़ा एलीमेंट है उस नूं असीं पूंजी की सीमांत कुशलता भी कहते हैगे। अगे आ जाता है हरेक उद्यमी निवेश करते समय निवेश की लाभ दर भाव निवेश की सीमांत कुशलता ਅਤੇ ਵਿਆਜ ਦੀ ਦਰ ਜਿਹੜੀ ਵਿਆਜ ਦੀ ਦਰ ਦੀ ਤੁਲਨਾ ਕਰਦਾ ਹੈ ਹਰੇਕ ਉਦਮੀ ਨਿਵੇਸ਼। ਠੀਕ ਹੈ, ਅੱਗੇ ਆ ਜਾਂਦਾ ਹੈ ਉਹ ਉਸ ਸਮੇਂ ਤੱਕ ਨਿਵੇਸ਼ ਕਰਦਾ ਰਹੇਗਾ ਜਦੋਂ ਤੱਕ ਲਾਭ ਦੀ ਦਰ ਅਤੇ ਵਿਆਜ ਦੀ ਦਰ ਜਿਹੜੀ ਹੈ ਉਹ ਬਰਾਬਰ ਨਹੀਂ ਹੋ ਜਾਂਦੀ। ਨਿਵੇਸ਼ ਯਾਨੀ ਕਿ ਇਨਵੈਸਟਮੈਂਟ ਕਰਦਾ ਰਹੇਗਾ ਜਦੋਂ ਤੱਕ ਉਸ ਨੂੰ ਲਾਭ ਨਹੀਂ ਹੋ ਜਾਂਦਾ ਪੂਰਾ ਹਨ, ਅਤੇ ਇਸ ਤੋਂ ਇਲਾਵਾ ਵਿਆਜ ਦੀ ਦਰ ਵੀ ਜਿਹੜੀ ਹੈ ਉਹ ਬਰਾਬਰ ਨਹੀਂ ਹੋ ਜਾਂਦੀ। ਜੇਕਰ ਅਨੁਮਾਨਿਤ ਲਾਭ ਵਿਆਜ ਦੀ ਦਰ ਤੋਂ ਵਧੇਰੇ ਹੈ ਤਾਂ ਉਦਮੀ ਨਿਵੇਸ਼ ਦੇ ਵਿੱਚ ਵਾਧਾ ਕਰੇਗਾ। अनुमानित लाभ तो जेकर ब्याज की दर वधेरे है यानी कि ब्याज ज़्यादा प्राप्त किया जा रहा है तो निवेश जोड़ा है वो अच्छा है, उद्यमी है। और इसके उलट जेकर ब्याज की दर अनुमानित लाभ तो वधेरे प्रतीत होंदी हैगी तो निवेश करने की प्रेरणा नहीं होगी, मीनस कि उसनूं घाटा पै रहा होगा। ठीक है, ब्याज दर अनुमानित लाभ तो वधेरे प्रतीत होंदी है तद उसनूं जिहड़ा कह सकते हैं प्रेरणा नहीं मिलनी, काम करने की शक्ति जिहड़ी है वो नहीं मिलनी। नैक्सट है निवेश के प्रकार किन्ने तरह की हो सकती है। सो पहला है प्रेरित निवेश। सो इस दे विच की हुंदा है कि प्रेरित निवेश दे विच वो निवेश है जो आमदन अते लाभ की मात्रा ते निर्भर करता है। आमदन अते लाभ की मात्रा ते निर्भर करता है अते आमदन अते लाभ के वधन की संभावना के नाल ये वाधा भी रहिंदा है। सो जे पता लगता है कि तो आमदन ज़्यादा होगी जां लाभ ज़्यादा होगा तो इसकी वधन की जिहड़ी संभावना वो ज़्यादा बन जाती है अते इस विच होण वाली कमी की संभावना के नाल ये घट जाऊगी। प्रेरित यही है कि जेकर उसनूं लाभ होगा तद वो है ना अगे मोटिवेट होगा तो उसनूं जिहड़ा कह सकते हैगे होर आमदन जिहड़ी करन दे विच उसनूं मदद मिलेगी। जेकर वो घट जाऊगा तो उसनूं जिहड़ा है ना उसका नुकसान हो जाएगा। दूसरा है स्वैचलित निवेश, ऑटोनोमस इन्वेस्टमेंट। सो स्वैचलित निवेश वो निवेश है जो आमदन के पद्धर विच होण वाले परिवर्तनां तो सुतंत्र हुंदा हैगा।
ਸਵੈਚਲਿਤ ਉਹ ਨਿਵੇਸ਼ ਹੈ ਜਿਸ ਦੇ ਵਿੱਚ ਆਮਦਨ ਦੇ ਪੱਧਰਾਂ ਵਿੱਚ ਹੋਣ ਵਾਲੇ ਪਰਿਵਰਤਨਾਂ ਤੋਂ ਉਹ ਸੁਤੰਤਰ ਹੁੰਦਾ ਹੈ। ਅਤੇ ਅਸਲ ਵਿੱਚ ਸਵੈਚਲਿਤ ਨਿਵੇਸ਼ ਉਹ ਨਿਵੇਸ਼ ਹੈ ਜੋ ਸਰਕਾਰ ਰਾਹੀਂ ਅਰਥ ਵਿਵਸਥਾ ਦੇ ਵਿੱਚ ਕੁੱਲ ਮੰਗ ਨੂੰ ਵਧਾਉਣ ਦੇ ਲਈ ਕੀਤਾ ਜਾਂਦਾ ਹੈ। ਸਰਕਾਰ ਰਾਹੀਂ ਕੀਤਾ ਜਾਊਗਾ ਅਤੇ ਅਰਥ ਵਿਵਸਥਾ ਦੇ ਵਿੱਚ ਕੁੱਲ ਮੰਗ ਨੂੰ ਵਧਾਉਣ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤੀਸਰਾ ਹੈ ਕੁੱਲ ਨਿਵੇਸ਼, ਗਰੋਸ ਇਨਵੈਸਟਮੈਂਟ। ਸੋ ਕਿਸੇ ਅਰਥ ਵਿਵਸਥਾ ਦੇ ਵਿੱਚ ਇੱਕ ਵਰ੍ਹੇ ਦੇ ਦੌਰਾਨ, ਇੱਕ ਸਾਲ ਦੇ ਦੌਰਾਨ ਪੂੰਜੀਗਤ ਪਦਾਰਥਾਂ ਦੇ ਕੁੱਲ ਉਤਪਾਦਨ ਨੂੰ ਕੁੱਲ ਨਿਵੇਸ਼ ਜਿਹੜਾ ਉਹ ਕਿਹਾ ਜਾਂਦਾ ਹੈ। ਇੱਕ ਵਰ੍ਹੇ ਦੇ ਦੌਰਾਨ ਪੂੰਜੀਗਤ ਪਦਾਰਥਾਂ ਦੇ ਕੁੱਲ ਉਤਪਾਦਨ ਨੂੰ ਜਿਹੜਾ ਹੈ ਕਿਹਾ ਜਾਂਦਾ ਹੈ। ਸੋ ਇਸ ਦੇ ਵਿੱਚ ਦੋ ਪ੍ਰਕਾਰ ਦੇ ਨਿਵੇਸ਼ ਜਿਹੜੇ ਉਹ ਸ਼ਾਮਲ ਹੁੰਦੇ ਨੇ, ਇੱਕ ਹੁੰਦਾ ਹੈ ਸ਼ੁੱਧ ਨਿਵੇਸ਼ ਅਤੇ ਦੂਸਰਾ ਹੁੰਦਾ ਹੈ ਪ੍ਰਤੀਸਥਾਪਨ ਨਿਵੇਸ਼। ਸੋ ਪ੍ਰਤੀਸਥਾਪਨ ਨਿਵੇਸ਼ ਉਹ ਨਿਵੇਸ਼ ਹੈ ਜੋ ਪੂੰਜੀ ਦੀ ਘਿਸਾਵਟ ਦੇ ਕਾਰਨ ਨਸ਼ਟ ਹੋ ਜਾਣ ਤੋਂ ਵਜੋਂ ਉਸ 'ਤੇ ਨਵੀਨੀਕਰਨ ਜਾਂ ਪ੍ਰਤੀਸਥਾਪਨ ਦੇ ਲਈ ਉਸ ਨੂੰ ਕੀਤਾ ਜਾਂਦਾ ਹੈ। ਤਾਂ ਇਹ ਨਿਵੇਸ਼ ਜਿਹੜੀ ਹੈ ਪੂੰਜੀ ਦੇ ਵਰਤਮਾਨ ਪੱਧਰ ਨੂੰ ਬਣਾਈ ਰੱਖਦਾ ਹੈ। ਧਿਆਨ ਰੱਖਣਾ ਕਿ ਪ੍ਰਤੀਸਥਾਪਨ ਨਿਵੇਸ਼ ਉਹ ਨਿਵੇਸ਼ ਹੈ ਜੋ ਪੂੰਜੀ ਦੀ ਘਿਸਾਵਟ ਦੇ ਕਾਰਨ ਨਸ਼ਟ ਹੋ ਜਾਣ ਦੇ ਵਜੋਂ ਉਸ 'ਤੇ ਨਵੀਨੀਕਰਨ ਜਾਂ ਪ੍ਰਤੀਸਥਾਪਨ ਦੇ ਲਈ ਕੀਤਾ ਜਾਂਦਾ ਹੈ ਅਤੇ ਇਹ ਨਿਵੇਸ਼ ਪੂੰਜੀ ਦੇ ਵਰਤਮਾਨ ਪੱਧਰ ਨੂੰ ਬਣਾਈ ਰੱਖਦਾ ਹੈ। ਐਗਜ਼ਾਮਪਲ ਦੇ ਤੌਰ 'ਤੇ ਕੁੱਲ ਨਿਵੇਸ਼, ਸ਼ੁੱਧ ਨਿਵੇਸ਼ ਪਲੱਸ ਪ੍ਰਤੀਸਥਾਪਨ ਨਿਵੇਸ਼ ਜਿਹੜਾ ਆ ਜਾਂਦਾ ਹੈ, ਦੋਨਾਂ ਨੂੰ ਪਲੱਸ ਕੀਤਾ ਜਾਂਦਾ ਹੈ। ਨੈਕਸਟ ਹੈ ਚੌਥੀ ਟਰਮ ਇਸ ਦੇ ਵਿੱਚ ਸ਼ੁੱਧ ਨਿਵੇਸ਼, ਨੈਟ ਇਨਵੈਸਟਮੈਂਟ। ਸ਼ੁੱਧ ਨਿਵੇਸ਼ ਉਹ ਨਿਵੇਸ਼ ਹੈ ਜਿਸ ਦੇ ਸਿੱਟੇ ਵਜੋਂ ਪੂੰਜੀ ਦੇ ਸਟਾਕ ਦੇ ਵਿੱਚ ਵਾਧਾ ਹੁੰਦਾ ਹੈ। ਠੀਕ ਹੈ, ਉਹ ਨਿਵੇਸ਼ ਹੈ ਜਿਸ ਦੇ ਵਜੋਂ ਪੂੰਜੀ ਦੇ ਸਟਾਕ ਦੇ ਵਿੱਚ ਜਿਹੜਾ ਵਾਧਾ ਹੋ ਜਾਂਦਾ ਹੈ। ਕੁੱਲ ਨਿਵੇਸ਼ ਵਿੱਚੋਂ ਘਿਸਾਵਟ ਖਰਚ ਜਾਂ ਪ੍ਰਤੀਸਥਾਪਨ ਨਿਵੇਸ਼ ਨੂੰ ਘਟਾ ਕੇ ਸ਼ੁੱਧ ਨਿਵੇਸ਼ ਜਿਹੜਾ ਉਹ ਗਿਆਤ ਕੀਤਾ ਜਾ ਸਕਦਾ ਹੈ। ਕੁੱਲ ਨਿਵੇਸ਼ ਵਿੱਚੋਂ ਘਿਸਾਵਟ ਖਰਚ ਅਤੇ ਪ੍ਰਤੀਸਥਾਪਨ ਨਿਵੇਸ਼ ਨੂੰ ਘਟਾ ਕੇ ਅਸੀਂ ਸ਼ੁੱਧ ਨਿਵੇਸ਼ ਗਿਆਤ ਕਰ ਸਕਦੇ ਹੈਗੇ ਆ, ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਕਿ ਸ਼ੁੱਧ ਨਿਵੇਸ਼ ਬਰਾਬਰ ਕੁੱਲ ਨਿਵੇਸ਼ ਮਾਈਨਸ ਘਿਸਾਵਟ ਖਰਚ। ਇਸ ਤੋਂ ਬਾਅਦ ਅਸੀਂ ਸ਼ੁੱਧ ਨਿਵੇਸ਼ ਜਿਹੜਾ ਹੈ ਉਹ ਪ੍ਰਾਪਤ ਕਰ ਸਕਦੇ ਹਾਂ। ਨੈਕਸਟ ਹੈ ਛੇਵੀਂ ਟਰਮ ਪੂੰਜੀ ਨਿਰਮਾਣ। ਸੋ ਅਰਥ ਸ਼ਾਸਤਰ ਦੇ ਵਿੱਚ ਆਮਦਨ ਦੇ ਉਸ ਭਾਗ ਨੂੰ ਪੂੰਜੀ ਕਹਿੰਦੇ ਨੇ ਜਿਸ ਰਾਹੀਂ ਪਹਿਲਾਂ ਨਾਲੋਂ ਵਧੇਰੇ ਉਤਪਾਦਨ ਕੀਤਾ ਜਾ ਸਕਦਾ ਹੈ। ਠੀਕ ਹੈ, ਅਰਥ ਸ਼ਾਸਤਰ ਦੇ ਵਿੱਚ ਆਮਦਨ ਦੇ ਉਸ ਭਾਗ ਨੂੰ ਪੂੰਜੀ ਕਹਿੰਦੇ ਨੇ ਜਿਸ ਰਾਹੀਂ ਜਿਹੜਾ ਕਹਿ ਸਕਦੇ ਹਾਂ ਪਹਿਲਾਂ ਨਾਲੋਂ ਵਧੇਰੇ ਉਤਪਾਦਨ ਕੀਤਾ ਜਾ ਸਕਦਾ ਹੋਵੇ। ਆਮਦਨ ਦੇ ਜਿਸ ਭਾਗ ਨੂੰ ਉਪਭੋਗ ਉੱਤੇ ਖਰਚ ਨਹੀਂ ਕੀਤਾ ਜਾਂਦਾ ਹੈ ਉਸ ਨੂੰ ਬਚਤ ਕਿਹਾ ਜਾਂਦਾ ਹੈ। ਅਤੇ ਜੇਕਰ ਅਸੀਂ ਆਪਣੀ ਬਚਤ ਨੂੰ ਪੂੰਜੀਗਤ ਪਦਾਰਥਾਂ ਜਿਵੇਂ ਮਸ਼ੀਨਾਂ, ਜੰਤਰ, ਕਾਰਖਾਨੇ, ਕੱਚੇ ਜਾਂ ਤਿਆਰ ਮਾਲ ਦੇ ਸਟਾਕ ਦੀ ਮਾਤਰਾ ਦੇ ਵਿੱਚ ਵਾਧਾ ਕਰਨ ਉੱਤੇ ਖਰਚ ਕਰਦੇ ਹਾਂ ਤਾਂ ਇਸ ਨੂੰ ਅਸੀਂ ਨਿਵੇਸ਼ ਕਹਿੰਦੇ ਹੈਗੇ ਆਂਗੇ। ਨਿਵੇਸ਼ ਦੇ ਫਲਸਰੂਪ ਪੂੰਜੀਗਤ ਪਦਾਰਥਾਂ ਦਾ ਨਿਰਮਾਣ ਹੁੰਦਾ ਹੈ ਅਤੇ ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਜਿਹੜਾ ਹੈ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ। ਨਿਵੇਸ਼ ਦੇ ਫਲਸਰੂਪ ਪੂੰਜੀਗਤ ਪਦਾਰਥਾਂ ਦਾ ਨਿਰਮਾਣ ਹੁੰਦਾ ਹੈ ਜਿੱਥੋਂ ਪੈਸਾ ਜਿਹੜਾ ਹੈ ਨਾ ਸਾਡੇ ਕੋਲ ਆਊਗਾ। ਉਸੇ ਤਰੀਕੇ ਦੇ ਨਾਲ ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ। ਨੈਕਸਟ ਹੈ ਕੇਸ ਦੇ ਅਰਥ। ਸੋ ਪੂੰਜੀ ਦੇ ਜਿਹੜੇ ਦੋ ਅਰਥ ਲਏ ਜਾਂਦੇ ਆ ਵਰਤਮਾਨ ਸਮੇਂ। ਸੋ ਪਹਿਲਾ ਹੈ ਪੂੰਜੀ ਨਿਰਮਾਣ ਦਾ ਸੀਮਿਤ ਅਰਥ। ਸੋ ਪੂੰਜੀ ਨਿਰਮਾਣ ਦੇ ਸੀਮਿਤ ਅਰਥ ਦੇ ਅਨੁਸਾਰ ਕੇਵਲ ਭੌਤਿਕ ਪੂੰਜੀ ਜਿਵੇਂ ਮਸ਼ੀਨਾਂ, ਇਮਾਰਤਾਂ, ਫੈਕਟਰੀਆਂ, ਕੱਚਾ ਮਾਲ ਆਦਿ ਦੇ ਸਟਾਕਾਂ ਵਿੱਚ ਹੋਣ ਵਾਲੇ ਵਾਧੇ ਨੂੰ ਪੂੰਜੀ ਨਿਰਮਾਣ ਜਿਹੜਾ ਕਿਹਾ ਜਾਂਦਾ ਹੈ ਜੋ ਕਿ ਸੀਮਿਤ ਅਰਥਾਂ ਦੇ ਵਿੱਚ ਆਉਂਦਾ ਹੈਗਾ। ਓਕੇ, ਦੂਸਰਾ ਹੈ ਪੂੰਜੀ ਨਿਰਮਾਣ ਦਾ ਵਿਸਤ੍ਰਿਤ ਅਰਥ। ਸੋ ਇਹਦੇ ਵਿੱਚ ਕੀ ਹੈ ਕਿ ਕੇਵਲ ਭੌਤਿਕ ਪੂੰਜੀ ਦੇ ਸਟਾਕਾਂ ਵਿੱਚ ਹੋਣ ਵਾਲੇ ਵਾਧੇ ਨੂੰ ਹੀ ਪੂੰਜੀ ਨਹੀਂ ਕਹਿੰਦੇ ਬਲਕਿ ਸਮਾਜਿਕ ਉੱਪਰਲੀ ਲਾਗਤ ਜਿਵੇਂ ਕਿ ਸੜਕਾਂ, ਪੁਲ, ਰੇਲਾਂ, ਨਹਿਰਾਂ ਆਦਿ ਦਾ ਨਿਰਮਾਣ ਜਾਂ ਮਨੁੱਖੀ ਯੋਗਤਾਵਾਂ ਦੇ ਵਿੱਚ ਵਾਧੇ ਨੂੰ ਵੀ ਪੂੰਜੀ ਨਿਰਮਾਣ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਸੋ ਸੀਮਿਤ ਦੇ ਵਿੱਚ ਸਿਰਫ ਮਸ਼ੀਨਾਂ ਦੀ ਗੱਲ ਹੋਊਗੀ, ਇਮਾਰਤਾਂ ਦੀ ਗੱਲ ਹੋਊਗੀ, ਹੈ ਨਾ, ਇਹਦੇ ਨਾਲ ਜਿਹੜਾ ਵਾਧਾ ਹੋਊਗਾ। ਬਟ ਵਿਸਤ੍ਰਿਤ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ, ਬਰੋਡਰ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਭੌਤਿਕ ਵਸਤੂਆਂ ਤੋਂ ਇਲਾਵਾ ਸਮਾਜ ਉੱਪਰ ਯਾਨੀ ਕਿ ਸਮਾਜਿਕ ਉੱਪਰ ਜਿਹੜਾ ਕਹਿ ਸਕਦੇ ਹਾਂ ਜਾਂ ਸਮਾਜ ਉੱਪਰ ਲੱਗੀ ਲਾਗਤ ਹੈ ਉਹ ਵੀ ਇਨਕਲੂਡ ਆ ਜਾਂਦੀ ਹੈ ਜੋ ਕਿ ਉਹਨਾਂ ਨੂੰ ਡਿਵੈਲਪ ਕਰਨ ਦੇ ਵਿੱਚ ਮਦਦ ਕਰਦੀ, ਜਿਵੇਂ ਸੜਕਾਂ, ਪੁਲ, ਰੇਲਾਂ, ਨਹਿਰ। ਠੀਕ ਹੈ ਜੀ, ਇਹਨਾਂ ਜਿਹੜੇ ਹੈ ਮਨੁੱਖ ਦੀਆਂ ਜਿਹੜੀ ਪਰਸਨੈਲਿਟੀ ਹੈ, ਜਿਹੜੇ ਮਨੁੱਖ ਦਾ ਜਿਹੜੀ ਕਰਦੇ ਹਾਂ ਡਿਵੈਲਪਮੈਂਟ ਦੇ ਵਿੱਚ ਯੋਗਦਾਨ ਪਾਉਂਦੇ ਹੈਗੇ ਨੇ। ਠੀਕ ਹੈ, ਸੋ ਇਸ ਨੂੰ ਬਰੋਡਰ ਜਿਹੜਾ ਮੀਨਿੰਗ ਅਸੀਂ ਕਹਿੰਦੇ ਹੈਗੇ ਆ। ਨੈਕਸਟ ਹੈਗਾ ਗਾ ਪਰਿਭਾਸ਼ਾ। ਟੋਡਾਰੋ ਦੇ ਅਨੁਸਾਰ ਜਿਹੜਾ ਹੈ ਪੂੰਜੀ ਨਿਰਮਾਣ ਉਸ ਸਮੇਂ ਹੁੰਦਾ ਹੈ ਜਦੋਂ ਵਰਤਮਾਨ ਆਮਦਨ ਦਾ ਕੁਝ ਹਿੱਸਾ ਬਚਾਇਆ ਜਾਂਦਾ ਹੈ ਅਤੇ ਉਸ ਨੂੰ ਭਵਿੱਖ ਦੇ ਵਿੱਚ ਆਮਦਨ ਅਤੇ ਉਤਪਾਦਨ ਨੂੰ ਵਧਾਉਣ ਦੇ ਲਈ ਨਿਵੇਸ਼ ਕੀਤਾ ਜਾਂਦਾ ਹੈ। ਪੂੰਜੀ ਨਿਰਮਾਣ ਉਸ ਸਮੇਂ ਹੁੰਦਾ ਹੈ ਜਦੋਂ ਵਰਤਮਾਨ ਆਮਦਨ ਦਾ ਕੁਝ ਹਿੱਸਾ ਬਚਾਇਆ ਜਾਂਦਾ ਹੈ ਅਤੇ ਉਸ ਨੂੰ ਭਵਿੱਖ ਦੇ ਵਿੱਚ ਆਮਦਨ ਅਤੇ ਉਤਪਾਦਨ ਨੂੰ ਵਧਾਉਣ ਦੇ ਲਈ ਨਿਵੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਨਵੀਆਂ ਫੈਕਟਰੀਆਂ, ਮਸ਼ੀਨਾਂ, ਔਜ਼ਾਰ, ਕੱਚਾ ਮਾਲ ਆਦਿ ਕਿਸੇ ਰਾਸ਼ਟਰ ਦੀ ਭੌਤਿਕ ਪੂੰਜੀ ਨੂੰ ਵਧਾਉਂਦੇ ਹੈਗੇ ਨੇ ਜੀ। ਠੀਕ ਹੈ, ਇਹਨਾਂ ਤੋਂ ਅਰਨਿੰਗ ਹੁੰਦੀ ਹੈਗੀ ਆ। ਪੂੰਜੀ ਨਿਰਮਾਣ ਜਿਹੜਾ ਹੈ ਉਹ ਦੋ ਪ੍ਰਕਾਰ ਦਾ ਹੋ ਸਕਦਾ ਹੈ। ਇੱਕ ਹੈ ਕੁੱਲ ਪੂੰਜੀ ਨਿਰਮਾਣ, ਦੂਸਰਾ ਹੈ
ਕੁੱਲ ਪੂੰਜੀ ਨਿਰਮਾਣ ਤੋਂ ਅਰਥ ਹੈ ਕਿ ਕੁੱਲ ਨਿਵੇਸ਼ ਕਿ ਕਿੰਨਾ ਜਿਹੜਾ ਹੈ ਨਾ ਖਰਚ ਜਿਹੜਾ ਹੈ ਇਨਵੈਸਟਮੈਂਟ ਜਿਹੜੀ ਹੈ ਉਹ ਕੀਤੀ ਗਈ ਹੈ। ਇਸ ਦੇ ਅੰਤਰਗਤ ਕਿਸਾਈ ਦੇ ਲਈ ਕੀਤਾ ਗਿਆ ਨਿਵੇਸ਼ ਅਤੇ ਸ਼ੁੱਧ ਨਿਵੇਸ਼ ਦੋਨੋਂ ਹੀ ਸ਼ਾਮਲ ਹੁੰਦੇ ਹੈਗੇ ਨੇ। ਕਿਸਾਈ ਦੇ ਲਈ ਕੀਤਾ ਗਿਆ ਨਿਵੇਸ਼ ਅਤੇ ਸ਼ੁੱਧ ਨਿਵੇਸ਼ ਦੋਨੋਂ ਹੀ ਇਨਕਲੂਡ ਕੀਤੇ ਜਾਂਦੇ ਨੇ। ਨੈਕਸਟ ਹੈ ਸ਼ੁੱਧ ਪੂੰਜੀ ਨਿਰਮਾਣ। ਸ਼ੁੱਧ ਪੂੰਜੀ ਨਿਰਮਾਣ ਤੋਂ ਵਿੱਚ ਆ ਜਾਂਦੀ ਹੈ ਗੱਲ ਕਿ ਸ਼ੁੱਧ ਨਿਵੇਸ਼ ਵਿੱਚ ਕੀਤੇ ਜਾਣ ਵਾਲੇ ਵਾਧੇ ਨੂੰ ਸ਼ੁੱਧ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ। ਸ਼ੁੱਧ ਨਿਵੇਸ਼ ਕੱਢਣ ਦੇ ਲਈ ਘਸਾਵਟ ਆਦਿ ਨੂੰ ਕੁੱਲ ਨਿਵੇਸ਼ਾਂ ਦੇ ਵਿੱਚੋਂ ਘਟਾਇਆ ਜਾਂਦਾ ਹੈ। ਅਸਲ ਦੇ ਵਿੱਚ ਪੂੰਜੀ ਨਿਰਮਾਣ ਦਾ ਅਰਥ ਹੈ ਸ਼ੁੱਧ ਨਿਵੇਸ਼ ਦੇ ਵਿੱਚ ਵਾਧਾ ਕਰਨਾ। ਓਕੇ, ਨੈਕਸਟ ਹੈ 7ਵੀਂ ਟਰਮ ਛੁਪੀ ਹੋਈ ਬੇਰੁਜ਼ਗਾਰੀ। ਵੈਰੀ ਇੰਪੋਰਟੈਂਟ। ਸੰਸਾਰ ਦੇ ਕਈ ਅਲਪ ਵਿਕਸਿਤ ਦੇਸ਼ਾਂ ਦੇ ਵਿੱਚ ਜਨਸੰਖਿਆ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਪਰੰਤੂ ਰੁਜ਼ਗਾਰ ਦੇ ਸਾਧਨ ਜਿਹੜੇ ਉਹ ਘੱਟ ਹੁੰਦੇ ਨੇ। ਤਾਂ ਇਸ ਲਈ ਇਹਨਾਂ ਦੇਸ਼ਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਬੇਰੁਜ਼ਗਾਰ ਰਹਿ ਜਾਂਦੇ ਨੇ। ਸੋ ਇਸੇ ਨੂੰ ਹੀ ਅਸੀਂ ਜਿਹੜਾ ਬੇਰੁਜ਼ਗਾਰੀ ਕਹਿੰਦੇ ਹੈਗੇ ਹਾਂ। ਠੀਕ ਹੈ, ਸੋ ਜਿਵੇਂ ਕਿ ਭਾਰਤ ਹੋ ਗਿਆ, ਠੀਕ ਹੈ, ਇਸ ਤੋਂ ਇਲਾਵਾ ਬ੍ਰਾਜ਼ੀਲ, ਸਾਊਥ ਅਫਰੀਕਾ ਹੋ ਗਿਆ, ਠੀਕ ਹੈ, ਜਿਨ੍ਹਾਂ ਦੇ ਵਿੱਚ ਜਨਸੰਖਿਆ ਜਿਹੜੀ ਆ ਬਹੁਤੀ ਹੈਗੀ ਬਟ ਉੱਥੇ ਜਿਹੜੇ ਰੁਜ਼ਗਾਰ ਦੇ ਮੌਕੇ ਨੇ ਉਹ ਘੱਟ ਹੈਗੇ ਨੇ। ਤਾਂ ਉੱਥੇ ਜਿਹੜੀ ਕਹਿ ਸਕਦੇ ਹਾਂ ਬੇਰੁਜ਼ਗਾਰੀ ਪੈ ਜਾਂਦੀ ਹੈ। ਖਾਸ ਤੌਰ ਦੇ ਉੱਪਰ ਸਾਡੇ ਭਾਰਤ ਦੇ ਵਿੱਚ ਨਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਸਿਸਟਮ। ਸੋ ਪਰਿਭਾਸ਼ਾ ਦੀ ਗੱਲ ਕਰੀਏ ਛੁਪੀ ਹੋਈ ਬੇਰੁਜ਼ਗਾਰੀ ਦੀ, ਤਾਂ ਜਦੋਂ ਕਿਸੇ ਕੰਮ ਉੱਤੇ ਜਿੰਨੇ ਕਿਰਤੀਆਂ ਦੀ ਅਸਲ ਦੇ ਵਿੱਚ ਲੋੜ ਹੁੰਦੀ ਹੈ, ਜੇਕਰ ਉਸ ਤੋਂ ਵਧੇਰੇ ਕਿਰਤੀ ਲੱਗੇ ਹੋਏ ਹਨ ਤਾਂ ਵੱਧ ਕਿਰਤੀਆਂ ਦੀ ਬੇਰੁਜ਼ਗਾਰੀ ਨੂੰ ਛੁਪੀ ਹੋਈ ਬੇਰੁਜ਼ਗਾਰੀ ਜਿਹੜਾ ਉਹ ਕਿਹਾ ਜਾਂਦਾ ਹੈ। ਅਜਿਹੀ ਹਾਲ ਦੇ ਵਿੱਚ ਜਿੰਨੇ ਵਿਅਕਤੀ ਕੰਮ 'ਤੇ ਲੱਗੇ ਹੋਏ ਹਨ ਉਸ ਤੋਂ ਘੱਟ ਵਿਅਕਤੀਆਂ ਦੀ ਲੋੜ ਹੁੰਦੀ ਹੈ, ਭਾਵ ਕੁਝ ਵਿਅਕਤੀ ਜਿਹੜੇ ਆ ਉਹ ਫਾਲਤੂ ਜਿਹੜਾ ਕੰਮ 'ਤੇ ਲੱਗੇ ਹੁੰਦੇ ਨੇ। ਠੀਕ ਆ, ਉਸ ਨੂੰ ਅਸੀਂ ਛੁਪੀ ਹੋਈ ਬੇਰੁਜ਼ਗਾਰੀ ਜਿਹੜਾ ਕਹਿੰਦੇ ਹੈਗੇ ਆਂਗੇ। ਸੋ ਮੀਨਸ ਕਿ 2 ਪਰਸਨਾਂ ਦੀ ਲੋੜ ਸੀ ਬਟ ਉੱਥੇ 4 ਜਾਂ 5 ਜਿਹੜੇ ਪਰਸਨ ਕੰਮ ਕਰ ਰਹੇ ਨੇ, ਹਾਲਾਂਕਿ ਕੰਮ ਜਿਹੜਾ ਉਹ 2 ਵਿਅਕਤੀਆਂ ਦਾ ਸੀ। ਤਾਂ ਇਹਦੇ ਨਾਲ ਕਹਿ ਸਕਦੇ ਹਾਂ ਕਿ 3 ਵਿਅਕਤੀ ਜਾਂ 2 ਵਿਅਕਤੀ ਜਿਹੜੇ ਉਹ ਫਾਲਤੂ ਨੇ ਬਟ ਉਹ ਫ੍ਰੀ ਹੋਣ ਕਰਕੇ ਉਹਨਾਂ ਦੇ ਨਾਲ ਲੱਗੇ ਹੋਏ ਨੇ। ਠੀਕ ਹੈ, ਜਿਹਦੇ ਕਾਰਨ ਕਹਿ ਸਕਦੇ ਕਿ ਉਹਨਾਂ ਨੂੰ ਛੁਪੀ ਹੋਈ ਬੇਰੁਜ਼ਗਾਰੀ ਜਿਹੜਾ ਉਹ ਕਿਹਾ ਜਾਂਦਾ ਹੈ। ਓਕੇ, ਐਗਜ਼ਾਮਪਲ ਦੇ ਤੌਰ ਦੇ ਉੱਪਰ ਅਸੀਂ ਗੱਲ ਕਰੀਏ ਕਿ ਅਲਪ ਵਿਕਸਿਤ ਦੇਸ਼ਾਂ ਦੇ ਵਿੱਚ ਵਧੇਰੇ ਲੋਕ ਉਦਯੋਗ ਅਤੇ ਦੂਜੇ ਖੇਤਰਾਂ ਦੇ ਵਿੱਚ ਰੁਜ਼ਗਾਰ ਦੀ ਘਾਟ ਕਾਰਨ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਖੇਤਾਂ ਦੇ ਵਿੱਚ ਹੀ ਜਿਹੜਾ ਕੰਮ ਕਰਦੇ ਹੈਗੇ ਨੇ। ਮੀਨਸ ਕਿ ਹੈ ਨਾ ਖੇਤਾਂ ਦੇ ਵਿੱਚ ਜਿੱਦੇ ਕਹਿ ਸਕਦੇ ਹਾਂ 10 ਮੈਂਬਰ ਨੇ ਤਾਂ ਉਹ 10 ਮੈਂਬਰ ਵੀ ਕੰਮ ਕਰੀ ਜਾ ਰਹੇ ਨੇ, ਖੇਤ ਦੇ ਵਿੱਚ ਕਰ ਰਹੇ ਨੇ। ਹਾਲਾਂਕਿ ਉਹਨੇ 1 ਮੈਂਬਰ ਵੀ ਜਾਂ 2 ਮੈਂਬਰ ਵੀ ਕਰ ਸਕਦੇ ਬਟ 10 ਦੇ 10 ਲੱਗੇ ਹੋਏ ਨੇ, ਜਿਹਦੇ ਕਾਰਨ ਇਹ ਕਹਿ ਸਕਦੇ ਹਾਂ ਕਿ ਬੇਰੁਜ਼ਗਾਰ ਲੋਕ ਸੀਗੇ, ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਸੀ ਤਾਂ ਉਹਨਾਂ ਨੇ ਘਰ ਦੇ ਕੰਮਾਂ ਦੇ ਵਿੱਚ ਜਿਹੜੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ। ਠੀਕ ਹੈ, ਨੈਕਸਟ ਹੈ 8ਵੀਂ ਟਰਮ ਪੂਰਨ ਰੁਜ਼ਗਾਰ। ਆਮ ਤੌਰ 'ਤੇ ਪੂਰਨ ਰੁਜ਼ਗਾਰ ਸ਼ਬਦ ਤੋਂ ਭਾਵ ਉਸ ਹਾਲਾਤਾਂ ਤੋਂ ਹੁੰਦਾ ਹੈ ਜਿਸ ਵਿੱਚ ਕੋਈ ਵੀ ਮਨੁੱਖ ਜਿਹੜਾ ਹੈ ਉਹ ਬੇਰੁਜ਼ਗਾਰ ਨਹੀਂ ਹੁੰਦਾ। ਠੀਕ ਹੈ, ਸੋ ਪਰਿਭਾਸ਼ਾ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਪ੍ਰੋਫੈਸਰ ਲਰਨ ਦੇ ਅਨੁਸਾਰ ਪੂਰਨ ਰੁਜ਼ਗਾਰ ਉਹ ਹਾਲਤ ਹੈ ਜਿਸ ਵਿੱਚ ਉਹ ਸਾਰੇ ਲੋਕ ਜੋ ਮਜ਼ਦੂਰੀ ਦੀਆਂ ਵਰਤਮਾਨ ਦਰਾਂ 'ਤੇ ਕੰਮ ਕਰਨ ਦੇ ਲਈ ਇੱਛੁਕ ਹੋਣ ਅਤੇ ਉਹਨਾਂ ਨੂੰ ਬਿਨਾਂ ਕਿਸੇ ਔਕੜ ਦੇ ਕੰਮ ਮਿਲ ਜਾਂਦਾ ਹੋਵੇ, ਉਸ ਨੂੰ ਅਸੀਂ ਪੂਰਨ ਰੁਜ਼ਗਾਰ ਕਹਿੰਦੇ ਹਾਂ। ਮੀਨਜ਼ ਕਿ ਵਰਤਮਾਨ ਸਮੇਂ ਦੇ ਵਿੱਚ ਜਿਹੜੇ ਮਜ਼ਦੂਰ ਨੇ ਜੋ ਉਸ ਸਮੇਂ ਜਿਹੜਾ ਪ੍ਰਾਈਸ ਚੱਲ ਰਿਹਾ ਹੈ, ਠੀਕ ਹੈ, ਉਸ ਦੇ ਅਕੋਰਡਿੰਗ ਕੰਮ ਕਰਨ ਦੇ ਲਈ ਤਿਆਰ ਹਨ ਅਤੇ ਉਸ ਦੇ ਲਈ ਕੰਮ ਵੀ ਜਿਹੜਾ ਤਿਆਰ ਹੈ, ਤਾਂ ਉਸ ਨੂੰ ਅਸੀਂ ਪੂਰਨ ਰੁਜ਼ਗਾਰ ਜਿਹੜਾ ਕਹਿ ਸਕਦੇ ਹੈਗੇ ਹਾਂ। ਪ੍ਰੋਫੈਸਰ ਹੈਂਸਨ ਦੇ ਅਨੁਸਾਰ ਪੂਰਨ ਰੁਜ਼ਗਾਰ ਤੋਂ ਭਾਵ ਹੈ ਅਣਇੱਛਿਕ ਬੇਰੁਜ਼ਗਾਰੀ ਦੀ ਅਣਹੋਂਦ ਹੋਣਾ। ਓਕੇ, ਸੋ ਪੂਰਨ ਰੁਜ਼ਗਾਰ ਦੀ ਸਥਿਤੀ ਵਿੱਚ ਵੱਖ-ਵੱਖ ਬੇਰੁਜ਼ਗਾਰੀਆਂ ਜਿਹੜੀਆਂ ਆ ਜਾਂਦੀਆਂ ਨੇ। ਸੋ ਪਹਿਲਾ ਹੈ ਇੱਛਿਕ ਬੇਰੁਜ਼ਗਾਰੀ। ਸੋ ਇਹ ਕਾਫੀ ਇੰਪੋਰਟੈਂਟ ਨੇ ਟਰਮਸ, ਪਲੀਜ਼ ਯਾਦ ਰੱਖਣਾ। ਸੋ ਇੱਛਕ ਬੇਰੁਜ਼ਗਾਰੀ ਜਦੋਂ ਕਿਰਤੀ ਮਜ਼ਦੂਰੀ ਦੀ ਵਰਤਮਾਨ ਦਰ 'ਤੇ ਕੰਮ ਕਰਨ ਦੇ ਲਈ ਤਿਆਰ ਨਾ ਹੋਣ ਜਾਂ ਕੰਮ ਹੋਣ ਦੇ ਬਾਵਜੂਦ ਵੀ ਉਹ ਆਪਣੀਆਂ ਸਵੈ ਇੱਛਾ ਦੇ ਨਾਲ ਕੰਮ ਨਾ ਕਰਨਾ ਚਾਹੁੰਦੇ ਹੋਣ ਤਾਂ ਅਜਿਹੀ ਬੇਰੁਜ਼ਗਾਰੀ ਨੂੰ ਇੱਛਕ ਬੇਰੁਜ਼ਗਾਰੀ ਅਖਵਾਉਂਦੀ ਹੈ। ਮੀਨਸ ਕਿ ਲੋਕ ਨੇ ਜਿਹੜੇ ਉਹਨਾਂ ਕੋਲੇ ਕੰਮ ਤਾਂ ਵੈਸੇ ਬਹੁਤ ਹੈ, ਠੀਕ ਹੈ, ਜਾਂ ਉਹਨਾਂ ਨੂੰ ਪ੍ਰੋਵਾਈਡ ਹੈ ਕਹਿ ਸਕਦੇ ਹਾਂ ਸਾਧਨ ਜਿਹੜੇ ਉਪਲਬਧ ਨੇ ਜਿਹਦੇ ਨਾਲ ਉਹ ਪੈਸਾ ਕਮਾ ਸਕਦੇ ਨੇ, ਬਟ ਜਿਹੜੀ ਕਹਿ ਸਕਦੇ ਹੈਗੇ ਕਿ ਜੋ ਦਿਹਾੜੀ ਜੋ ਪੈਸਾ ਜਾਂ ਹੈ ਨਾ ਉਸ ਦੀ ਕੀਮਤ ਮਿਲਣੀ ਹੈ ਉਹ ਘੱਟ ਹੈ। ਮੀਨਸ ਉਸ ਨੂੰ ਐਕਸੈਪਟ ਨਹੀਂ ਕਰ ਰਹੇ ਹੈਗੇ ਕਿ ਉੱਥੋਂ ਦੇ ਜਿਹੜਾ ਲੋਕ ਕਿ ਸਾਨੂੰ ਇਸ ਤੋਂ ਵੱਧ ਜਿਹੜੀ ਕਹਿ ਸਕਦੇ ਹਾਂ ਦਿਹਾੜੀ ਦਿੱਤੀ ਜਾਵੇ, ਤਨਖਾਹ ਦਿੱਤੀ ਜਾਵੇ, ਤਾਂ ਇਸ ਚੀਜ਼ ਦੀ ਡਿਮਾਂਡ ਕਰਦੇ ਨੇ। ਰੁਜ਼ਗਾਰ ਹੈ, ਕੰਮ ਹੈ, ਬਟ ਜਿਹੜੀ ਕੀਮਤ ਹੈ ਉਹਦੇ ਨਾਲ ਉਹ ਸਹਿਮਤ ਨਹੀਂ, ਜਿਸ ਕਾਰਨ ਕਰਕੇ ਉਹ ਕੰਮ ਨੂੰ ਜੁਆਇਨ ਨਹੀਂ ਕਰਦੇ। ਇਸ ਨਾਲ ਜਿਹੜਾ ਹੈ ਇੱਛਿਕ ਬੇਰੁਜ਼ਗਾਰੀ ਹੈ, ਯਾਨੀ ਕਿ ਉਹ ਖੁਦ ਚਾਹੁੰਦਾ ਹੈ ਕਿ ਮੈਂ ਬੇਰੁਜ਼ਗਾਰ ਵੀ ਜਾਵਾਂਗਾ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਠੀਕ ਹੈ, ਨੈਕਸਟ ਹੈ ਦੂਸਰਾ ਪੁਆਇੰਟ ਸੰਘਰਸ਼ਾਤਮਕ ਬੇਰੁਜ਼ਗਾਰੀ। ਇਹ ਬੇਰੁਜ਼ਗਾਰੀ ਕੱਚੇ ਮਾਲ ਦੀ ਘਾਟ, ਮਜ਼ਦੂਰਾਂ ਦੀ ਗਤੀਹੀਨਤਾ, ਵਿਸ਼ੇਸ਼ ਕਿਸਮਾਂ ਦੇ ਰੁਜ਼ਗਾਰ ਸੰਬੰਧੀ ਮੌਕਿਆਂ ਦੀ ਘਾਟ ਹੋਣ ਕਾਰਨ ਜਾਂ ਮਸ਼ੀਨਾਂ ਦੀ ਟੁੱਟ ਭੱਜ ਦੇ ਕਾਰਨ ਪਾਈ ਜਾਂਦੀ ਹੈਗੀ ਹੈ। ਠੀਕ ਹੈ, ਹੋ ਸਕਦਾ ਹੈ ਕਿ ਕਿਸੇ ਫੈਕਟਰੀ ਦੇ ਵਿੱਚ ਕੱਚੇ ਮਾਲ ਦੀ ਜਿਹੜੀ ਘਾਟ ਪੈ ਜਾਵੇ, ਮਜ਼ਦੂਰਾਂ ਦੀ ਗਤੀਹੀਨਤਾ ਹੋਵੇ, ਵਿਸ਼ੇਸ਼ ਕਿਸਮ ਦੇ ਰੁਜ਼ਗਾਰ ਸੰਬੰਧੀ ਮੌਕਿਆਂ ਦੀ ਘਾਟ ਹੋ ਸਕਦੀ ਹੈ, ਮੀਨ ਟੈਕਨੀਕਲ ਹੋ ਸਕਦਾ ਹੈ। ਠੀਕ ਹੈ, ਮਸ਼ੀਨਾਂ ਦੀ ਟੁੱਟ ਭੱਜ ਹੋ ਜਾਂਦੀ ਹੈ ਤਾਂ ਉਸ ਕਾਰਨ ਵੀ ਜਿਹੜਾ ਕਹਿ ਸਕਦੇ ਹੈਗੇ ਕੰਮ ਰੁਕ ਜਾਂਦਾ ਹੈ, ਤਾਂ ਇਸ ਨੂੰ ਅਸੀਂ ਸੰਘਰਸ਼ਾਤਮਕ ਬੇਰੁਜ਼ਗਾਰੀ ਜਿਹੜਾ ਉਹ ਕਹਿੰਦੇ ਹੈਗੇ ਹਾਂ। ਤੀਸਰੀ ਟਰਮ ਹੈ ਮੌਸਮੀ ਬੇਰੁਜ਼ਗਾਰੀ, ਸੀਜ਼ਨਲ ਅਨਇੰਪਲੋਇਮੈਂਟ।
एनवायरमेंट। सो ये बेरोज़गारी मौसम फैशन रुचि संबंधी परिवर्तनों के कारण पैदा होती है। एग्जाम्पल के तौर पर जिमें कि बर्फ़ के ਜਿਹੜੇ ਕਾਰਖਾਨੇ ਨੇ ਉਹ ਸਰਦੀਆਂ ਦੇ ਵਿੱਚ ਬੰਦ ਹੋ ਜਾਂਦੇ ਹੈਗੇ ਨੇ, ਜਿਹਦੇ ਕਾਰਨ ਕਰਕੇ ਹੈ ਨਾ ਉਹਨਾਂ ਦਾ ਕੰਮ ਨਹੀਂ ਚੱਲਦਾ ਅਤੇ ਉਹ ਬਾਅਦ ਦੇ ਵਿੱਚ ਬੇਰੁਜ਼ਗਾਰ ਰਹਿੰਦੇ ਹੈਗੇ ਨੇ। ਜਿੱਦਾਂ ਹੀ ਫਿਰ ਜਿਹੜਾ ਕਸਤੇ ਗਰਮੀਆਂ ਦਾ ਮੌਸਮ ਆਊਗਾ ਤਾਂ ਉਹ ਦੁਬਾਰਾ ਓਪਨ ਹੋ ਜਾਂਦੇ ਨੇ, ਬਟ ਇੱਕ ਸੀਜ਼ਨ ਦੇ ਵਿੱਚ ਉਹ ਵਿਹਲੇ ਰਹਿ ਜਾਂਦੇ ਨੇ ਜੀ। ਠੀਕ ਹੈ, ਨੈਕਸਟ ਹੈ ਸੰਰਚਨਾਤਮਕ ਬੇਰੁਜ਼ਗਾਰੀ। ਇਹ ਬੇਰੁਜ਼ਗਾਰੀ ਅਰਥ ਵਿਵਸਥਾ ਵਿੱਚ ਹੋਣ ਵਾਲੇ ਸੰਰਚਨਾਤਮਕ ਪਰਿਵਰਤਨਾਂ ਦੇ ਕਾਰਨ ਪੈਦਾ ਹੁੰਦੀ ਹੈ। ਬੇਰੁਜ਼ਗਾਰੀ ਅਰਥ ਵਿਵਸਥਾ ਦੇ ਵਿੱਚ ਪੈਦਾ ਹੋਣ ਵਾਲੇ ਸੰਰਚਨਾਤਮਕ ਪਰਿਵਰਤਨਾਂ ਦੇ ਕਾਰਨ ਪੈਦਾ ਹੁੰਦੀ ਹੈ, ਜਿਵੇਂ ਦੇਸ਼ ਦੇ ਨਿਰਯਾਤ ਵਪਾਰ ਦੇ ਵਿੱਚ ਹੋਣ ਵਾਲੇ ਪਰਿਵਰਤਨ। ਠੀਕ ਆ, ਸੋ ਇਹਨਾਂ ਦੇ ਆਧਾਰ ਦੇ ਉੱਤੇ ਹੁੰਦੀ ਹੈ। ਇਸ ਤੋਂ ਇਲਾਵਾ ਤਕਨੀਕੀ ਬੇਰੁਜ਼ਗਾਰੀ, ਸੋ ਇਹਦੇ ਵਿੱਚ ਹੁੰਦਾ ਹੈ ਕਿ ਨਵੀਆਂ ਟੈਕਨੀਕਾਂ ਆਉਣ ਦੇ ਕਾਰਨ ਹੈ ਨਾ ਕਮੀ ਪੈ ਜਾਂਦੀ ਹੈਗੀ ਆ। ਸੋ ਇਹ ਬੇਰੁਜ਼ਗਾਰੀ ਉਤਪਾਦਨ ਦੀਆਂ ਤਕਨੀਕਾਂ ਵਿੱਚ ਹੋਣ ਵਾਲੇ ਪਰਿਵਰਤਨ ਦੇ ਕਾਰਨ ਹੁੰਦੀ ਹੈਗੀ ਆ। ਜਿਵੇਂ ਕਿ ਕਿਸੇ ਵੀ ਫੈਕਟਰੀ ਦੇ ਵਿੱਚ ਕੋਈ ਨਵੀਂ ਮਸ਼ੀਨਰੀ ਲੱਗ ਜਾਵੇ, ਜਿਹਨੂੰ ਕੋਈ ਟੈਕਨੀਕਲ ਪਰਸਨ ਹੀ ਚਲਾ ਸਕਦਾ ਹੋਵੇ, ਜਿਹਨੂੰ ਟ੍ਰੇਨਡ ਹੋਵੇ ਉਸ ਦੇ ਵਿੱਚ, ਜਾਂ ਜਿਹਨੇ ਟ੍ਰੇਨਿੰਗ ਲਈ ਹੋਵੇ, ਜਾਂ ਜਿਸਨੇ ਕੋਰਸ ਕੀਤਾ ਹੋਵੇ। ਸੋ ਬਾਕੀ ਦੇ ਜਿਹੜੇ ਲੋਕ ਪਹਿਲਾਂ ਹੱਥੀਂ ਕੰਮ ਕਰਦੇ ਸੀਗੇ ਉਹਨਾਂ ਨੂੰ ਜਿਹੜਾ ਛੁਟਕਾਰਾ ਮਿਲ ਜਾਊਗਾ, ਮੀਨਸ ਉਹ ਬੇਰੁਜ਼ਗਾਰ ਰਹਿ ਜਾਣਗੇ। ਠੀਕ ਹੈ, ਸੋ ਇਸ ਕਾਰਨ ਹੁੰਦਾ ਹੈ। ਸੋ ਇਹ ਕੁਛ ਟਾਈਪ ਸੀਗੀਆਂ ਜਿਹੜੀਆਂ ਬੇਰੁਜ਼ਗਾਰੀਆਂ ਸੀਗੀਆਂ। ਨੈਕਸਟ ਹੈ ਮੁਦਰਾਸਫੀਤੀ ਇਨਫਲੇਸ਼ਨ ਜਿਹੜੀ ਹੈ। ਤਾਂ ਸ਼ਬਦਕੋਸ਼ ਦੇ ਅਨੁਸਾਰ ਅੰਗਰੇਜ਼ੀ ਭਾਸ਼ਾ ਦੇ ਇਨਫਲੇਸ਼ਨ ਸ਼ਬਦ ਦਾ ਅਰਥ ਹੈ ਫੈਲਾਅ ਜਾਂ ਵਾਧਾ ਹੋਣਾ। ਓਕੇ, ਸੋ ਕੀਮਤ ਪੱਧਰ ਦੇ ਸੰਬੰਧ ਵਿੱਚ ਇਨਫਲੇਸ਼ਨ ਦਾ ਅਰਥ ਹੈ ਕਿ ਕੀਮਤਾਂ ਦੇ ਵਿੱਚ ਹੋਣ ਵਾਲਾ ਲਗਾਤਾਰ ਵਾਧਾ ਹੈ ਜਿਹੜਾ ਹੈ ਉਸ ਨੂੰ ਮੁਦਰਾਸਫੀਤੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਅਤੇ ਅਰਥ ਸ਼ਾਸਤਰ ਦੇ ਵਿੱਚ ਕੀਮਤ ਪੱਧਰ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਨੂੰ ਮੁਦਰਾਸਫੀਤੀ ਜਿਹੜਾ ਉਹ ਕਿਹਾ ਜਾਂਦਾ ਹੈ। ਠੀਕ ਹੈ, ਇਨਫਲੇਸ਼ਨ ਦਾ ਅਰਥ ਹੈ ਕਿ ਕੀਮਤਾਂ ਦੇ ਵਿੱਚ ਹੋਣ ਵਾਲਾ ਲਗਾਤਾਰ ਜਿਹੜਾ ਵਾਧਾ ਆ ਜਾਂਦਾ ਹੈਗਾ ਗਾ। ਔਰ ਅਗਰ ਅਰਥ ਸ਼ਾਸਤਰ ਦੇ ਵਿੱਚ ਗੱਲ ਕਰੀਏ, ਕੀਮਤ ਪੱਧਰ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਨੂੰ ਮੁਦਰਾਸਫੀਤੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਓਕੇ, ਸੋ ਨੈਕਸਟ ਹੈਗਾ ਪਰਿਭਾਸ਼ਾ ਮੁਦਰਾਸਫੀਤੀ ਦੀ। ਸਪੀਰੋ ਦੇ ਅਨੁਸਾਰ ਮੁਦਰਾਸਫੀਤੀ ਜਿਹੜੀ ਹੈ ਉਹ ਸਧਾਰਨ ਕੀਮਤ ਪੱਧਰ ਵਿੱਚ ਹੋਣ ਵਾਲੇ ਨਿਰੰਤਰ ਅਤੇ ਬਹੁਤ ਜ਼ਿਆਦਾ ਜਿਹੜਾ ਵਾਧਾ ਹੁੰਦਾ ਹੈ ਉਸ ਨੂੰ ਸ਼ਾਮਲ ਕਰਦੇ ਨੇ। ਦੂਸਰੀ ਹੈ ਪ੍ਰੋਫੈਸਰ ਪੀਟਰਸਨ, ਇਹਨਾਂ ਦੇ ਅਨੁਸਾਰ ਵਿਸਤ੍ਰਿਤ ਅਰਥਾਂ ਦੇ ਵਿੱਚ ਮੁਦਰਾਸਫੀਤੀ ਤੋਂ ਭਾਵ ਹੈ ਸਧਾਰਨ ਕੀਮਤ ਪੱਧਰ ਵਿੱਚ ਹੋਣ ਵਾਲੇ ਸਥਾਈ ਅਤੇ ਨਿਰੰਤਰ ਵਾਧੇ, ਜੋ ਕਿ ਵਰਤਮਾਨ ਸਮੇਂ ਚੱਲ ਰਿਹਾ ਹੈ ਨਾ, ਸਾਡੇ ਜਿਹੜਾ ਕਹਿੰਦੇ ਪ੍ਰਾਈਸ ਇਨਕਰੀਜ਼ ਹੋ ਰਹੇ ਨੇ, ਕੀਮਤ ਵੱਧ ਰਹੀ ਹੈ ਹਰ ਇੱਕ ਚੀਜ਼ ਦੀ। ਸੋ ਇੱਕ ਉਹ ਮੁਦਰਾਸਫੀਤੀ ਜਿਹੜੀ ਆ ਉਹ ਐਗਜ਼ਾਮਪਲ ਹੈਗੀ। ਓਕੇ, ਉਦਾਹਰਨ ਦੇ ਤੌਰ 'ਤੇ ਭਾਰਤ ਵਿੱਚ ਪਹਿਲੀ 5 ਸਾਲਾ ਯੋਜਨਾ ਦੇ ਅੰਤ ਦੇ ਵਿੱਚ 1956 ਤੱਕ ਕੀਮਤ ਪੱਧਰ ਜਿਹੜਾ ਉਹ ਲਗਾਤਾਰ ਵੱਧਦਾ ਰਿਹਾ ਸੀਗਾ। ਅਤੇ 1956 ਦੇ ਵਿੱਚ ਪੈਟਰੋਲ 1 ਰੁਪਏ ਦੇ ਲੀਟਰ ਸੀਗਾ, ਜੋ ਕਿ 1997 ਦੇ ਵਿੱਚ ਵੱਧ ਕੇ 23 ਰੁਪਏ ਪ੍ਰਤੀ ਲੀਟਰ ਅਤੇ 2012 ਦੇ ਵਿੱਚ 69 ਰੁਪਏ ਪ੍ਰਤੀ ਲੀਟਰ ਅਤੇ 2021 ਦੇ ਵਿੱਚ ਜਿਹੜਾ ਹੈ 102 ਜਾਂ 100 ਜਿਹੜਾ ਕਹਿ ਸਕਦੇ ਹੈਗੇ ਨਾ, ਅਲੱਗ-ਅਲੱਗ ਸਟੇਟਾਂ ਦੇ ਵਿੱਚ ਪ੍ਰਾਈਸ ਹੈ, ਜਾਣੀ ਕਿ 100 ਪਲੱਸ ਵੀ ਜਿਹੜਾ ਕ੍ਰੋਸ ਕਰ ਗਿਆ ਹੈ। ਸੋ ਇਹ ਲਗਾਤਾਰ ਜਿਹੜਾ ਕਹਿ ਸਕਦੇ ਹਾਂ ਵਾਧਾ ਹੋ ਰਿਹਾ ਕੀਮਤਾਂ ਦੇ ਵਿੱਚ, ਇਸ ਨੂੰ ਅਸੀਂ ਮੁਦਰਾਸਫੀਤੀ ਜਿਹੜੀ ਹੈ ਉਹ ਕਹਿੰਦੇ ਹੈਗੇ ਆ। ਨੈਕਸਟ ਹੈ ਮੁਦਰਾ ਦੀ ਪੂਰਤੀ, ਸਪਲਾਈ ਆਫ ਮਨੀ। ਸੋ ਆਮ ਤੌਰ 'ਤੇ ਮੁਦਰਾ ਪੂਰਤੀ ਤੋਂ ਭਾਵ ਹੈ ਜਨਤਾ ਕੋਲ ਕਰੰਸੀ ਅਤੇ ਬੈਂਕਾਂ ਦੀ ਜਮ੍ਹਾਂ ਰਾਸ਼ੀ ਤੋਂ ਲਿਆ ਜਾਂਦਾ ਹੈ, ਯਾਨੀ ਕਿ ਜਨਤਾ ਕੋਲ ਕਿੰਨੇ ਪੈਸੇ ਨੇ ਅਤੇ ਬੈਂਕਾਂ ਦੇ ਵਿੱਚ ਕਿੰਨੀ ਜਮ੍ਹਾਂ ਪਈ ਰਾਸ਼ੀ, ਉਸ ਨੂੰ ਅਸੀਂ ਮੁਦਰਾ ਪੂਰਤੀ ਕਹਿੰਦੇ ਹੈਗੇ ਆਂਗੇ। ਪਰਿਭਾਸ਼ਾ ਦੀ ਗੱਲ ਕਰੀਏ ਤਾਂ MR ਇਜ਼ਮਨ ਦੇ ਅਨੁਸਾਰ ਮੁਦਰਾ ਦੀ ਪੂਰਤੀ ਤੋਂ ਭਾਵ ਗੈਰ ਬੈਂਕਿੰਗ ਜਨਤਾ ਕੋਲ ਪਾਈ ਜਾਣ ਵਾਲੀ ਕਰੰਸੀ ਅਤੇ ਮੰਗ ਜਮ੍ਹਾਂ। ਠੀਕ ਹੈ, ਗੈਰ ਬੈਂਕਿੰਗ ਯਾਨੀ ਕਿ ਬੈਂਕ ਤੋਂ ਇਲਾਵਾ ਜਨਤਾ ਕੋਲ ਪਾਈ ਜਾਣ ਵਾਲੀ ਕਰੰਸੀ ਅਤੇ ਮੰਗ ਜਮ੍ਹਾਂ ਜਿਹੜੀ ਹੈ ਉਹ ਇਸ ਦੇ ਵਿੱਚ ਇਨਕਲੂਡ ਹੈ। ਸੋ ਰਿਜ਼ਰਵ ਬੈਂਕ ਨੇ ਮੁਦਰਾ ਪੂਰਤੀ ਦੀਆਂ ਕੁਝ ਮਹੱਤਵਪੂਰਨ ਧਾਰਨਾਵਾਂ ਪੇਸ਼ ਕੀਤੀਆਂ ਨੇ। M1 ਜਿਹਦੇ ਵਿੱਚ ਜਨਤਾ ਕੋਲ ਕਰੰਸੀ ਪਲੱਸ ਬੈਂਕਾਂ ਦੀ ਮੰਗ ਜਮ੍ਹਾਂ ਪਲੱਸ ਰਿਜ਼ਰਵ ਬੈਂਕ ਕੋਲ ਪਈ ਜਮ੍ਹਾਂ ਰਾਸ਼ੀ। M2 ਜਨਤਾ ਕੋਲ ਕਰੰਸੀ ਪਲੱਸ ਬੈਂਕਾਂ ਦੀ ਮੰਗ ਜਮ੍ਹਾਂ ਪਲੱਸ ਰਿਜ਼ਰਵ ਬੈਂਕ ਕੋਲ ਹੋਰ ਜਮ੍ਹਾਂ ਪਲੱਸ ਡਾਕਖਾਨਿਆਂ ਦੇ ਬਚਤ ਬੈਂਕਾਂ ਦੇ ਵਿੱਚ ਜਮ੍ਹਾਂ ਰਾਸ਼ੀ। M3 ਥਰਡ ਜਿਹੜਾ ਕਹਿ ਸਕਦੇ ਹਾਂ ਜਨਤਾ ਕੋਲ ਕਰੰਸੀ ਪਲੱਸ ਬੈਂਕਾਂ ਦੀ ਮੰਗ ਜਮ੍ਹਾਂ ਪਲੱਸ ਰਿਜ਼ਰਵ ਬੈਂਕ ਕੋਲ ਹੋਰ ਜਮ੍ਹਾਂ ਪਲੱਸ ਬੈਂਕਾਂ ਦੀ ਮਿਆਦੀ ਜਮ੍ਹਾਂ। M4 ਜਨਤਾ ਕੋਲ ਕਰੰਸੀ ਪਲੱਸ ਬੈਂਕਾਂ ਦੀ ਮੰਗ ਜਮ੍ਹਾਂ ਪਲੱਸ ਰਿਜ਼ਰਵ ਬੈਂਕ ਕੋਲ ਹੋਰ ਜਮ੍ਹਾਂ ਬੈਂਕਾਂ ਦੀ ਮਿਆਦੀ ਜਮ੍ਹਾਂ ਅਤੇ ਡਾਕਖਾਨਿਆਂ ਦੀ ਕੁੱਲ ਜਮ੍ਹਾਂ ਇਸ ਦੇ ਵਿੱਚ ਇਨਕਲੂਡ ਆ ਜਾਂਦੀ ਹੈ। ਭਾਰਤ ਦੇ ਵਿੱਚ ਮੁਦਰਾ ਦੀ ਜਿਹੜੀ ਪੂਰਤੀ ਹੈ ਉਹਦੇ ਲਈ ਕਿਹੜੇ ਟਰਮ ਨੇ? ਸੋ ਇਹਦੇ ਕੋਲ ਹੈ ਫਸਟ ਕਿ ਜਨਤਾ ਕੋਲ ਕਰੰਸੀ ਨੋਟ ਅਤੇ ਸਿੱਕਿਆਂ ਦੇ ਰੂਪ ਦੇ ਵਿੱਚ ਜਿਹੜੀ ਪ੍ਰਾਪਤ ਹੁੰਦੀ ਹੈ। ਸਰਕਾਰੀ ਖਜ਼ਾਨੇ ਦੇ ਵਿੱਚੋਂ ਜਮ੍ਹਾਂ ਰਾਸ਼ੀ ਬੈਂਕਾਂ ਅਤੇ ਰਾਜ ਸਹਿਕਾਰੀ ਬੈਂਕਾਂ ਦੀ ਕਰੰਸੀ ਨੂੰ ਕੱਢ ਕੇ ਜਿਹੜਾ ਹੈ ਨਾ ਪ੍ਰਾਪਤ ਹੁੰਦੀ ਹੈ। ਜਨਤਾ ਕੋਲੇ ਦੋ ਹੀ ਤਰ੍ਹਾਂ ਦੇ ਨੋਟ ਅਤੇ ਸਿੱਕੇ ਜਿਹੜੇ ਉਹ ਚੱਲਦੇ ਨੇ ਜੋ ਉਹਨਾਂ ਨੂੰ ਕਰੰਸੀ ਦੇ ਰੂਪ ਦੇ ਵਿੱਚ ਮਿਲਦੀ ਹੈਗੀ ਹੈ। ਬੈਂਕਾਂ ਅਤੇ ਰਾਜ ਸਰਕਾਰੀ ਬੈਂਕਾਂ ਦੀ ਮੰਗ ਜਮ੍ਹਾਂ ਅੰਤਰ ਬੈਂਕ ਮੰਗ ਜਮ੍ਹਾਂ ਨੂੰ ਕੱਢ ਕੇ ਯਾਨੀ ਕਿ ਉਹਨੂੰ ਛੱਡ ਕੇ। ਠੀਕ ਹੈ, ਰਿਜ਼ਰਵ ਬੈਂਕ ਦੇ ਹੋਰ ਜਮ੍ਹਾਂ ਖਾਤਿਆਂ ਦੀ ਰਾਸ਼ੀ ਇਹਦੇ ਵਿੱਚ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਖਾਤੇ ਸੰਖਿਆ ਵਿੱਚ ਜਮ੍ਹਾਂ ਰਾਸ਼ੀ ਨੂੰ ਛੱਡ ਕੇ।
ਮੁਦਰਾ ਪੂਰਤੀ ਦੇ ਅੰਸ਼ ਕਿਹੜੇ ਨੇ, ਐਲੀਮੈਂਟਸ ਕਿਹੜੇ ਨੇ। ਸੋ ਪਹਿਲਾ ਹੈ ਜਿਵੇਂ ਕਰੰਸੀ, ਮੀਨਸ ਤੱਤ ਕਿਹੜੇ ਨੇ ਪੂਰਤੀ ਦੇ ਲਈ, ਹੈ ਨਾ, ਮੁਦਰਾ ਦੇ ਲਈ, ਮਨੀ ਦੇ ਲਈ। ਪਹਿਲਾ ਹੈ ਕਰੰਸੀ ਦੇ ਵਿੱਚ ਉਹਨਾਂ ਨੂੰ ਨੋਟਾਂ ਅਤੇ ਸਿੱਕਿਆਂ ਦੇ ਵਿੱਚ ਜਿਹੜਾ ਹੈ ਨਾ ਉਹ ਜਾਰੀ ਕੀਤਾ ਜਾਂਦਾ ਹੈਗਾ ਗਾ, ਸ਼ਾਮਲ ਕੀਤਾ ਜਾਂਦਾ ਹੈਗਾ ਗਾ। ਅਤੇ ਭਾਰਤ ਦੇ ਵਿੱਚ ਸਿੱਕੇ ਜਿਹੜੇ ਆ ਉਹ ਭਾਰਤ ਸਰਕਾਰਾਂ ਦੁਆਰਾ ਜਿਹੜਾ ਜਾਰੀ ਕੀਤੇ ਜਾਂਦੇ ਨੇ। ਇੰਪੋਰਟੈਂਟ ਹੈ ਕਿ ਭਾਰਤ ਦੇ ਵਿੱਚ ਦੋ ਤਰ੍ਹਾਂ ਦੀ ਜਿਹੜੀ ਕਰਦੇ ਆ ਕਰੰਸੀ ਚੱਲਦੀ ਹੈਗੀ, ਇੱਕ ਨੋਟ ਅਤੇ ਦੂਸਰਾ ਸਿੱਕੇ। ਭਾਰਤ ਦੇ ਵਿੱਚ ਜਿਹੜੇ ਸਿੱਕੇ ਬਣਦੇ ਨੇ ਉਹਨੂੰ ਭਾਰਤ ਸਰਕਾਰ ਦੇ ਦੁਆਰਾ ਜਾਰੀ ਕੀਤਾ ਜਾਂਦਾ ਹੈਗਾ ਗਾ। ਅਤੇ ਭਾਰਤ ਦੇ ਵਿੱਚ ਵਰਤਮਾਨ ਸਮੇਂ 10 ਰੁਪਏ, 5 ਰੁਪਏ, 2 ਰੁਪਏ, 1 ਰੁਪਇਆ ਜਿਹੜਾ ਹੈ ਨਾ ਉਹ ਚੱਲ ਰਿਹਾ ਹੈ। 50 ਪੈਸੇ, 25 ਪੈਸੇ ਵੈਸੇ ਬੰਦ ਹੋ ਗਏ ਨੇ, ਵੈਸੇ ਇਹ ਇਨਕਲੂਡ ਸੀਗਾ। ਸੋ ਵੈਸੇ 1 ਰੁਪਏ ਤੋਂ ਲੈ ਕੇ ਹੈ ਨਾ 10 ਰੁਪਏ ਤੱਕ ਜਿਹੜਾ ਹੈ ਨਾ ਇਨਕਲੂਡ ਕਰ ਦਿੱਤਾ ਹੈ। ਸੋ 100 ਦਾ ਔਰ 50 ਦੇ ਵੀ ਜਿਹੜੇ ਬਹੁਤ ਸਾਰੀਆਂ ਅਸੀਂ ਵੀਡੀਓਜ਼ ਜਾਂ ਬਹੁਤ ਸਾਰੀਆਂ ਫੋਟੋਜ਼ ਦੇਖ ਰਹੇ ਹਾਂ, ਸ਼ਾਇਦ ਉਹ ਵੀ ਸੰਭਵ ਹੋ ਜਾਣ ਕਿ ਜਲਦੀ ਹੀ ਆ ਜਾਣਗੇ। ਸੋ ਬਟ ਜਿਹੜੇ ਵਰਤਮਾਨ ਸਮੇਂ ਚੱਲ ਰਹੇ ਨੇ 5, 10 ਅਤੇ 2 ਰੁਪਏ ਜਿਹੜੇ ਚੱਲ ਰਹੇ ਹੈਗੇ ਨੇਗੇ। ਦੇਸ਼ ਦੇ ਵਿੱਚ 1 ਰੁਪਏ ਦਾ ਜਿਹੜਾ ਨੋਟ ਹੈ, ਧਿਆਨ ਰੱਖਣਾ ਕਿ ਜਿਹੜੇ ਸਿੱਕੇ ਨੇ ਉਹ ਭਾਰਤ ਸਰਕਾਰ ਜਾਰੀ ਕਰ ਰਹੀ ਹੈ। ਇਸ ਤੋਂ ਇਲਾਵਾ 1 ਰੁਪਏ ਦਾ ਜਿਹੜਾ ਨੋਟ ਹੈ ਜੋ ਕਿ ਹੁਣ ਤਾਂ ਬੰਦ ਹੋ ਚੁੱਕਿਆ ਹੈ, ਉਸ ਨੂੰ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਰਾਹੀਂ ਜਿਹੜਾ ਜਾਰੀ ਕੀਤਾ ਜਾਂਦਾ ਸੀ। ਬਾਕੀ ਦੇ ਜਿੰਨੇ ਵੀ ਨੋਟ ਨੇਗੇ ਉਹ ਭਾਰਤੀ ਰਿਜ਼ਰਵ ਬੈਂਕ ਦੇ ਰਾਹੀਂ ਜਿਹੜਾ ਜਾਰੀ ਕੀਤੇ ਜਾਂਦੇ ਹੈਗੇ ਨੇਗੇ। ਠੀਕ ਹੈ, ਐਗਜ਼ਾਮਪਲ ਦੇ ਤੌਰ ਦੇ ਉੱਪਰ ਜਿਵੇਂ ਕਿ 2000 ਦਾ ਨੋਟ, 1000 ਦਾ ਨੋਟ, 500 ਦਾ ਨੋਟ, 200 ਦਾ ਨੋਟ, 100 ਰੁਪਏ ਦਾ ਨੋਟ, 50 ਦਾ, 20 ਦਾ, 10 ਰੁਪਏ ਦਾ, 5 ਰੁਪਏ ਦਾ ਨੋਟ, ਇਹ ਸਾਰੇ ਜਿਹੜੇ ਨੋਟ ਨੇ ਇਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਰਾਹੀਂ ਜਿਹੜਾ ਜਾਰੀ ਕੀਤੇ ਜਾਂਦੇ ਹੈਗੇ ਨੇਗੇ। ਠੀਕ ਹੈ, ਸੋ ਵਰਤਮਾਨ ਸਮੇਂ ਇੱਕ 200 ਦਾ ਨੋਟ ਵੀ ਜਿਹੜਾ ਹੈ ਉਹ ਇਨਕਲੂਡ ਹੋ ਚੁੱਕਿਆ ਹੈ। ਸੋ 200 ਦਾ ਨੋਟ ਵੀ ਜਿਹੜਾ ਹੁੰਦਾ ਹੈ ਇਸ ਨੂੰ ਭਾਰਤੀ ਰਿਜ਼ਰਵ ਬੈਂਕ ਹੀ ਜਾਰੀ ਕਰਦੀ ਹੈ। ਅਤੇ 1 ਰੁਪਏ ਦਾ ਨੋਟ ਜਿਹੜਾ ਹੈ ਜੋ ਕਿ ਹੁਣ ਬੰਦ ਹੋ ਚੁੱਕਿਆ, ਪਹਿਲਾਂ ਹੁੰਦਾ ਸੀ, ਉਸ ਨੂੰ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੁਆਰਾ ਜਾਰੀ ਕੀਤਾ ਜਾਂਦਾ ਹੁੰਦਾ ਸੀ। ਓਕੇ, ਇਸ ਤੋਂ ਇਲਾਵਾ ਬੈਂਕ ਜਮ੍ਹਾਂ ਬੈਂਕ ਜਮ੍ਹਾਂ ਦੀ ਹੈ ਉਸ ਦੀ 2 ਪ੍ਰਕਾਰ ਦੀ ਹੁੰਦੀ ਹੈਗੀ ਹੈ। ਸੋ ਪਹਿਲਾ ਹੈ ਮਿਆਦੀ ਜਮ੍ਹਾਂ ਅਤੇ ਦੂਸਰੀ ਹੈ ਮੰਗ ਜਮ੍ਹਾਂ, ਟਾਈਮ ਡਿਪੋਜ਼ਿਟ ਅਤੇ ਡਿਮਾਂਡ ਡਿਪੋਜ਼ਿਟ। ਸੋ ਮਿਆਦੀ ਜਮ੍ਹਾਂ ਜਿਹੜੀ ਹੈ ਉਹ ਇੱਕ ਨਿਸ਼ਚਿਤ ਸਮੇਂ ਦੇ ਲਈ ਜਮ੍ਹਾਂ ਕੀਤੀ ਜਾਂਦੀ ਹੈ। ਇਸ ਪ੍ਰਕਾਰ ਦੀ ਮਿਆਦੀ ਜਮ੍ਹਾਂ ਨੂੰ ਚੈੱਕ ਰਾਹੀਂ ਨਹੀਂ ਕਢਵਾਇਆ ਜਾ ਸਕਦਾ। ਮੀਨ ਜੀ ਕਿ ਇੱਕ ਸਮਾਂ ਦਿੱਤਾ ਜਾਊਗਾ ਕਿ ਤੁਸੀਂ ਇੰਨੇ ਸਮੇਂ ਦੇ ਬਾਅਦ ਹੀ ਜਿਹੜਾ ਇਹ ਪੈਸਾ ਕਢਵਾ ਸਕਦੇ ਹੋ, ਉਸ ਤੋਂ ਪਹਿਲਾਂ ਨਹੀਂ ਕਢਵਾ ਸਕਦੇ। ਸੋ ਇਸ ਨੂੰ ਟਾਈਮ ਡਿਪੋਜ਼ਿਟ ਜਿਹੜਾ ਉਹ ਕਿਹਾ ਜਾਊਗਾ। ਦੂਸਰਾ ਹੈ ਮੰਗ ਜਮ੍ਹਾਂ ਦੇ ਰੂਪ ਦੇ ਵਿੱਚ ਰੱਖੀ ਗਈ ਕਿ ਸਾਨੂੰ ਜ਼ਰੂਰਤ ਪਈ ਤਾਂ ਅਸੀਂ ਇਸ ਨੂੰ ਕਢਵਾ ਸਕਦੇ ਹੈਗੇ ਕਿ ਜਿੰਨੀ ਵੀ ਸਾਨੂੰ ਜ਼ਰੂਰਤ ਪਊਗੀ ਉਸ ਨੂੰ ਅਸੀਂ ਮੰਗ ਜਮ੍ਹਾਂ ਜਿਹੜਾ ਕਹਿ ਦਿੰਦੇ ਹਾਂ। ਸੋ ਮੰਗ ਦੇ ਰੂਪ ਦੇ ਵਿੱਚ ਰੱਖੀ ਗਈ ਰਕਮ ਵਿੱਚ ਇੱਕ ਖਾਤੇਦਾਰ ਆਪਣੇ ਇੱਛਾ ਦੇ ਅਨੁਸਾਰ ਕਿਸੇ ਸਮੇਂ ਵੀ ਜਿਹੜਾ ਹੈ ਉਹ ਕਢਵਾ ਸਕਦਾ ਹੈ ਜੇਕਰ ਉਸ ਨੂੰ ਜ਼ਰੂਰਤ ਪੈਂਦੀ ਹੈ। ਮੁਦਰਾ ਦੀ ਪੂਰਤੀ ਵਿੱਚ ਆਮ ਤੌਰ ਦੇ ਉੱਪਰ ਮੰਗ ਜਮ੍ਹਾਂ ਨੂੰ ਹੀ ਜਿਹੜਾ ਸ਼ਾਮਲ ਕੀਤਾ ਜਾਂਦਾ ਹੈ। ਸੋ ਇਹ 2 ਕਨਸੈਪਟ ਨੇ, ਇੱਕ ਮਿਆਦੀ ਜਿਹੜਾ ਕਿ ਨਿਸ਼ਚਿਤ ਸਮੇਂ ਦੇ ਲਈ ਹੋਊਗਾ, ਇੱਕ ਹੋਊਗਾ ਕਿ ਅਸੀਂ ਲੋੜ ਅਨੁਸਾਰ, ਮੰਗ ਅਨੁਸਾਰ ਕਢਵਾ ਸਕਦੇ ਹੋਵਾਂਗੇ। ਓਕੇ, ਸੋ ਇਹ ਸੀਗੇ ਅੱਜ ਦੇ ਸਾਡੇ ਬੇਸਿਕ ਕਨਸੈਪਟ ਜਿਹੜੇ ਕਿ ਇਕਨੋਮਿਕਸ ਦੇ ਨਾਲ ਜੁੜੇ ਹੋਏ ਸੀਗੇ। ਇਸ ਤੋਂ ਇਲਾਵਾ 10 ਪੁਆਇੰਟ ਹੋਰ ਹੈਗੇ ਨੇ, ਉਹ ਨੈਕਸਟ ਪਾਰਟ ਦੇ ਵਿੱਚ ਐਡ ਕਰ ਦੇਵਾਂਗਾ। ਇਸ ਤੋਂ ਇਲਾਵਾ ਜਿਹੜੇ ਆਪਾਂ ਇਸਤੇ MCQ ਵੀ ਜਿਹੜੇ ਆ ਉਹ ਡਿਸਕਸ ਕਰਾਂਗੇ। ਠੀਕ ਹੈ, ਸੋ ਉਮੀਦ ਕਰਦਾ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਉਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।